ਜਿਹੜੀਆਂ ਡੇਕਾਂ ਵਿਖੀਆਂ ਨੇਗੀਆਂ ਉਹ ਸਾਡੇ ਦੋ ਮੈਂਬਰ, ਇੱਕ ਸਰਪੰਚ ਰਘਬੀਰ ਸਿੰਘ, ਇੱਕ ਕੁਲਵੰਤ ਸਿੰਘ ਲੱਖੀ, ਇਹਨਾਂ ਨੇ ਉੱਥੋਂ ਡੇਕਾਂ ਵੇਚਤੀਆਂ। ਪਿੱਛੀਆਂ ਇਹਨਾਂ ਨੇ ਪੈਸੇ ਇਹਨਾਂ ਨੇ ਖਾਧੇ ਦੋਨਾਂ ਨੇ, ਸਰਪੰਚ ਰਘਬੀਰ ਸਿੰਘ, ਕੁਲਵੰਤ ਸਿੰਘ ਲੱਖੀ, ਇਹਨਾਂ ਨੇ ਵੇਚੀਆਂ ਨੇ, ਇਹਨਾਂ ਨੇ ਪੈਸੇ ਖਾਧੇ ਨੇ। ਇਹ ਸਾਨੂੰ ਤਾਂ ਪਤਾ ਲੱਗਿਆ ਜਦੋਂ ਪਿੰਡ ਦੇ ਵਿੱਚ ਵੀਡੀਓ ਵਾਇਰਲ ਹੋਈਆਂ ਇਹਨਾਂ ਦੀਆਂ, ਪੰਚਾਇਤ ਦੀਆਂ ਜਾਂ ਸੈਕਟਰੀ ਵਗੈਰਾ ਬੋਲਦੇ ਆ, ਟੀਚਰਾਂ ਨੂੰ ਕੁਛ ਕਹਿੰਦੇ ਆ ਤੁਸੀਂ ਆਹ ਕਰ ਲਿਆ, ਇਹ ਕਰ ਲਿਆ। ਸਾਨੂੰ ਪਤਾ ਲੱਗਿਆ ਜਦੋਂ ਪਿੰਡ ਦੇ ਵਿੱਚ ਕਾਫੀ ਰੌਲਾ ਚੱਲਿਆ। ਮੈਂ ਤਾਂ ਇਹ ਵੀ ਸੁਣਿਆ ਵੀ ਉਹ 80-85 ਹਜ਼ਾਰ ਦੇ ਵੇਚਿਆ, ਪੈਸੇ ਦਰਖਤ ਤੋਂ 2-2.5 ਲੱਖ ਰੁਪਏ ਦੇ ਕਰੀਬ ਤੇ ਗਏ। ਬੋਇੱਤਰ ਸਿੰਘ ਸੈਕਟਰੀ ਆ ਜਿਹੜਾ ਧਮਕੀਆਂ ਦੇ ਰਿਹਾ ਸੀ ਵੀ ਤੂੰ ਇਹਦੇ ਪੈਸੇ ਭਰਾ ਦੇ, ਵੀ ਇੱਕ ਵਾਰ ਪੈਸੇ ਭਰਾ ਦੇ ਤੇਰੇ ਸਾਰੇ ਮੈਂ ਪੂਰੇ ਕਰਾ ਦੂੰਗਾ। ਯਾਨੀ ਕਿ ਮੈਨੂੰ ਚੋਰ ਬਣਾਉਣਾ ਚਾਹੁੰਦਾ ਸੀ ਉਹ ਇਸ ਗੱਲ ਦੇ ਲਈ। ਬੀਤੇ ਦਿਨੀ ਮਲੇਰਕੋਟਲਾ ਦੇ ਨੇੜੇ ਪਿੰਡ ਹਥਨ ਵਿੱਚ ਉਦੋਂ ਛਨਾਟਾ ਛਾ ਗਿਆ ਜਦੋਂ ਪਿੰਡ ਵਾਸੀਆਂ ਨੂੰ ਪੰਚਾਂ ਵੱਲੋਂ ਤੂੰ ਮੈਂ ਹੋਣ ਤੇ ਚੋਰੀ ਦਰਖਤ ਵੇਚਣ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਵਿੱਚ ਕਈ ਲੋਕਾਂ ਦਾ ਨਾਮ ਸਾਹਮਣੇ ਆਇਆ ਹੈ। ਜਦੋਂ ਪੱਤਰਕਾਰ ਵੱਲੋਂ ਇਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੁਝ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਪਤਾ ਲੱਗਿਆ ਕਿ ਇਹਨਾਂ ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਲੱਕੜੀ ਦੇ ਠੇਕੇਦਾਰ ਕੋਲੋਂ ਕੋਰੇ ਕਾਗਜ਼ ਉੱਪਰ ਦਸਤਖਤ ਕਰਵਾ ਲਏ ਹਨ ਅਤੇ ਦਰਖਤ ਚੋਰੀ ਦਾ ਮਾਮਲਾ ਇੱਕ ਸਕੂਲ ਦੇ ਮਾਸਟਰ ਤੇ ਥੋਪ ਦਿੱਤਾ। ਜਦੋਂ ਪੱਤਰਕਾਰ ਵੱਲੋਂ ਮਾਸਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮੈਨੂੰ ਬਾਰ-ਬਾਰ ਮੌਜੂਦਾ ਸਰਪੰਚ ਅਤੇ ਪੰਚਾਇਤ ਸੈਕਟਰੀ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਤੁਸੀਂ ਆਪਣੇ ਕੋਲੋਂ ਰੁਪਏ ਭਰ ਦਿਓ, ਨਹੀਂ ਤਾਂ ਮਸਲਾ ਗੰਭੀਰ ਹੋਵੇਗਾ। ਹੁਣ ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਨਾਲ, ਕੀ ਕਹਿਣਾ ਹੈ ਉਹਨਾਂ ਦਾ। ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਖਬਰਾਂ ਪਹੁੰਚਾਈਆਂ ਜਾ ਸਕਣ। ਸਰ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਮੇਜਰ ਸਿੰਘ ਹੈ ਜੀ। ਕਿੱਥੇ ਦੇ ਰਹਿਣ ਵਾਲੇ ਹੋ ਜੀ? ਮੈਂ ਪਿੰਡ ਹਥਨ ਦਾ ਸਾਬਕਾ ਸਰਪੰਚ 2013 ਤੋਂ ਲੈ ਕੇ 18 ਤੱਕ ਸਰਪੰਚੀ ਕਰੀ। ਸਰ, ਤੁਹਾਡੇ ਪਿੰਡ 'ਚ ਇੱਕ ਰੌਲਾ ਚੱਲ ਰਿਹਾ ਕਿ ਦਰਖਤਾਂ ਦਾ, ਸਕੂਲ ਦੇ ਵਿੱਚ ਦਰਖਤ ਵੇਚ ਦਿੱਤੇ ਗਏ। ਹਾਂਜੀ, ਚੱਲ ਰਿਹਾ ਰੌਲਾ ਜੀ। ਦਰਖਤ ਸਕੂਲ ਦੇ ਨਾ, ਇਹ ਜਿਹੜਾ ਸਟੇਡੀਅਮ ਆ ਜੂ ਸਪੋਰਟਸ ਕਲੱਬ ਸਟੇਡੀਅਮ ਬਣਿਆ ਹੋਇਆ ਸਕੂਲ ਦੇ ਵਿੱਚ, ਉਹ ਸਾਡੀ ਪੰਚਾਇਤ ਦੇ ਅੰਡਰ ਸੀਗਾ। ਤੇ ਸਕੂਲ ਦਾ ਹੈ ਕਿ ਪੰਚਾਇਤ ਦਾ? ਉਹ ਪੰਚਾਇਤ ਦਾ ਸੀ। ਅੱਛਾ ਜੀ। ਤੇ ਸਾਡੇ ਵੇਲੇ ਵੀ ਪੰਚਾਇਤ ਦਾ ਸੀਗਾ। ਚਲੋ ਸਾਡੇ ਜਾਨੀ ਤੰਗੀ ਇਹ ਆ ਗਈ ਵੀ ਅੰਦਰ ਗਰਾਊਂਡ ਘਟ ਗਿਆ, ਬੱਚੇ ਖੇਡਦੇ ਰਹਿੰਦੇ ਸਕੂਲ ਵਾਲੇ, ਉੱਥੇ ਗਰਾਊਂਡ ਬਿਲਕੁਲ ਕੰਧ ਨਾਲ ਹੀ ਲੱਗਦੀ ਆ। ਤੇ ਜਿਹੜੇ ਉਹ ਦਰਖਤ ਨੇ ਜੀ, ਦਰਖਤਾਂ ਦਾ ਰੌਲਾ ਚੱਲ ਰਿਹਾ ਬਹੁਤ ਜ਼ਿਆਦਾ ਪਿੰਡ ਦੇ ਵਿੱਚ। ਤੇ ਉਹ ਦਰਖਤ ਐ ਹੁੰਦਾ ਜੀ ਪੰਚਾਇਤ ਨੇ ਵੇਚੇ ਆਗੇ। ਸਾਨੂੰ ਤਾਂ ਪਤਾ ਲੱਗਿਆ ਜਦੋਂ ਪਿੰਡ ਦੇ ਵਿੱਚ ਵੀਡੀਓ ਵਾਇਰਲ ਹੋਈਆਂ ਇਹਨਾਂ ਦੀਆਂ, ਪੰਚਾਇਤ ਦੀਆਂ ਜਾਂ ਸੈਕਟਰੀ ਵਗੈਰਾ ਬੋਲਦੇ ਆ, ਟੀਚਰਾਂ ਨੂੰ ਕੁਛ ਕਹਿੰਦੇ ਆ ਤੁਸੀਂ ਆਹ ਕਰ ਲਿਆ, ਇਹ ਕਰ ਲਿਆ। ਸਾਨੂੰ ਪਤਾ ਲੱਗਿਆ ਜਦੋਂ ਪਿੰਡ ਦੇ ਵਿੱਚ ਕਾਫੀ ਰੌਲਾ ਚੱਲਿਆ। ਅਸੀਂ ਸੋਚਣ 'ਚ ਇਹ ਗੱਲ ਸੋਚਦੇ ਹਾਂ ਵੀ ਜਦੋਂ ਪੰਚਾਇਤਾਂ ਨੇ ਜਿਹੜੀਆਂ, ਉਹ ਅਸੀਂ ਜਦੋਂ ਕੰਮ ਕਰਨਾ ਗਾ, ਪੰਚਾਇਤਾਂ ਨੇ ਆਪਣੇ ਜਿਹੜੇ ਕਾਰਵਾਈ ਹੁੰਦੀ ਆ ਆਪਣੀ, ਉਹਦੇ ਅਧੀਨ ਕੰਮ ਕਰਨਾ ਹੁੰਦਾ। ਜਾਂ ਪਤਾ ਸੁਣਨਾ ਚਾਹੀਦਾ ਵੀ ਇਹਨਾਂ ਦੀ ਕੋਈ ਮਨਜ਼ੂਰੀ ਨਹੀਂ ਲਈ ਗਈ, ਕੋਈ ਬੋਲੀ ਨਹੀਂ ਰੱਖੀ ਗਈ, ਕਿਸੇ ਕਿਸਮ ਦੀ ਕੋਈ ਬੋਲੀ ਨਹੀਂ ਹੋਈ। ਮਹਿਕਮੇ ਤੋਂ ਮਨਜ਼ੂਰੀ ਲੈਣੀ ਪੈਂਦੀ ਆ ਬੋਲੀ ਦੀ, ਅਤੇ ਦਰਖਤ ਪੱਟਣ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਸਾਨੂੰ। ਜੇ ਪੰਚਾਇਤ ਕਾਰਵਾਈ ਤੋਂ ਬਿਨਾਂ ਕੰਮ ਕਰਦੀ ਆ, ਫਿਰ ਪੰਚਾਇਤਾਂ ਅਤੇ ਆਮ ਲੋਕਾਂ ਦੇ ਵਿੱਚ ਫਰਕ ਕੋਈ ਨਹੀਂ ਰਿਹਾ। ਜੇ ਪੰਚਾਇਤ ਕੰਮ ਕਰੇ ਤਾਂ ਆਪਣੀ ਕਾਰਵਾਈ ਰਾਹੀਂ ਕਰਨੇ ਚਾਹੀਦੇ ਆ ਕੰਮ, ਤਾਂ ਫਿਰ ਇੱਥੇ ਪਤਾ ਲੱਗੇ, ਬੋਲੀ ਹੋਵੇ, ਸਰਕਾਰ ਨੂੰ ਵੀ ਪਤਾ ਲੱਗੇ ਜਿਹੜਾ ਕੋਈ ਸਾਡਾ ਬਣਦਾ ਉਹ ਹੈਗਾ। ਅਸੀਂ ਜਿਵੇਂ ਕੋਈ ਮੰਨ ਕੇ ਚੱਲੋ ਵੀ ਕੁਛ ਪਰਸੈਂਟੇਜ ਅਸੀਂ ਸਰਕਾਰ ਦੇ ਕੋਟੇ 'ਚ ਪੈਸਾ ਜਮ੍ਹਾਂ ਕਰਾਉਣਾ ਹੁੰਦਾ, ਉਹ ਵੀ ਕਰਾਉਣਾ ਪੈਣਾ, ਅਤੇ ਧਿਆਨ 'ਚ ਵੀ ਆਊਗਾ, ਸਾਡੇ ਮਹਿਕਮੇ ਵੀ ਆਉਣਗੇ। ਅਸੀਂ ਸਾਡੇ ਵੇਲੇ ਵੀ ਮਨਜ਼ੂਰੀ ਲਈ ਸੀ ਇਹਨਾਂ ਦੀ, ਪਰ ਸਾਨੂੰ ਮਨਜ਼ੂਰੀ ਮਿਲੀ ਨਹੀਂ ਦਰਖਤਾਂ ਦੀ। ਜਿਹੜੀ ਦਰਖਤਾਂ ਦੀ ਕੀਮਤ ਬਣਦੀ ਸੀ, ਮੈਂ ਤਾਂ ਇਹ ਵੀ ਸੁਣਿਆ ਵੀ ਉਹ 80-85 ਹਜ਼ਾਰ ਦੇ ਵੇਚਿਆ, ਪੈਸੇ ਦਰਖਤ ਤੋਂ 2-2.5 ਲੱਖ ਰੁਪਏ ਦੇ ਕਰੀਬ ਤੇ ਗਏ। ਸਾਨੂੰ ਅਸੀਂ ਜਦੋਂ ਦਿਖਾਏ ਨੇਗੇ ਉਹ ਦਰਖਤ ਕੁੱਲ ਮਿਲਾ ਕੇ, ਮੇਰੇ ਪਿੰਡ ਦੇ ਵਿੱਚੋਂ ਦਰਖਤ ਹੋਰ ਵੀ ਵੇਚੇ ਗਏ ਨੇ। ਮਲੇਰਕੋਟਲਾ ਰੋਡ 'ਤੇ ਇੱਕ ਡਿਸਪੈਂਸਰੀ ਬਣੀ ਹੋਈ ਸੀ ਪੁਰਾਣੀ, ਉਹ ਢਾਹੀ ਗਈ ਆ, ਉਹਦੇ ਤੋਂ ਮਟੀਰੀਅਲ ਵੀ ਤੀ ਉਹਦੇ ਵਿੱਚ। ਅਤੇ ਹੋਰ ਪਿੰਡ ਦੇ ਵਿੱਚ 2-3 ਸੱਥਾਂ ਦੇ ਵਿੱਚ ਵੀ ਸ਼ੈੱਡ ਵਗੈਰਾ ਬਣਾਏ ਗਏ ਨੇ, ਉੱਥੇ ਵੀ ਦਰਖਤ ਤੇ ਗਏ। ਵੀ ਰਿਕਾਰਡ ਦੇ ਵਿੱਚ ਨਹੀਂ ਕਿਤੇ ਆਏ ਹੈਗੇ, ਪੱਟੇ ਦਰਖਤ ਬਹੁਤ ਗਏ ਨੇ ਪਿੰਡ ਦੇ ਵਿੱਚੋਂ। ਕੀ ਪੰਚਾਇਤ ਇਹ ਨਹੀਂ ਸਮਝ ਰਹੀ ਵੀ ਸਾਡੀ ਜ਼ਿੰਮੇਵਾਰੀ ਕੀ ਬਣਦੀ ਆ ਔਰ ਸਾਡੀ ਕਾਰਵਾਈ ਕੀ ਹੁੰਦੀ ਹੈ। ਕਾਰਵਾਈ ਸਹੀ ਕਰਨੀ ਚਾਹੀਦੀ ਆ। ਪੰਚਾਇਤਾਂ ਨੂੰ ਇਸ 'ਤੇ ਇਹੀ ਕਹਿਣਾ ਚਾਹੁੰਦੇ ਹਾਂ, ਸਹੀ ਢੰਗ ਨਾਲ ਕੰਮ ਹੋਵੇ, ਪੰਚਾਇਤਾਂ ਸਹੀ ਚੱਲਣ, ਪੰਚਾਇਤਾਂ ਦਾ ਇਹੀ ਫਰਜ਼ ਹੁੰਦਾ ਜੀ। ਕੋਈ ਪੰਚਾਇਤ ਦਾ ਖਾਤਾ ਹੁੰਦਾ ਹੈ, ਅਗਰ ਵੱਢਣ ਤੋਂ ਬਾਅਦ ਕਿਤੇ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਕਰਾਉਣੇ ਹੋਣਗੇ ਪੈਸੇ? ਇਹ ਸਾਰੀ ਗੱਲ ਇਹ ਹੁੰਦੀ ਹੈ ਜੀ, ਜਦੋਂ ਅਸੀਂ ਬੋਲੀ ਰੱਖਦੇ ਹਾਂ, ਪਹਿਲਾਂ ਤਾਂ ਡੇਟ ਰੱਖਣੀ ਆ ਬੋਲੀ ਦੀ, ਮਨਜ਼ੂਰੀ ਲੈ ਕੇ ਇਤਲਾਹ ਕਰਨੀਆਂ, ਬੁਨਿਆਦੀ ਕਰਾਉਣੀਆਂ ਵੀ ਅੱਜ ਬੋਲੀ ਹੋਣੀ ਆ, ਉੱਥੇ ਠੇਕੇਦਾਰ ਆਉਣੇ ਆ, ਲੱਕੜ ਵਾਲੇ ਹੋਣ, ਚਾਹੇ ਕਿਸੇ ਵੀ ਕਿਸਮ ਦਾ ਕੰਮ ਹੈ। ਫਿਰ ਉੱਥੋਂ ਅਸੀਂ ਇੱਕ ਸਿਕਿਉਰਿਟੀ ਲੈਣੀ ਹੁੰਦੀ ਹੈਗੀ, ਪੰਚਾਇਤ ਨੇ ਬੋਲੀ ਉਹ ਦਊ ਜਿਹੜਾ ਸਿਕਿਉਰਿਟੀ ਭਰੂ। ਫਿਰ ਜਿਹੜੀ ਬੋਲੀ ਜਿਹੜੇ ਬੰਦੇ ਦੇ ਨਾਂ ਟੁੱਟ ਗਈ, ਜਿਹੜਾ ਪੰਚਾਇਤ ਦਾ ਅਕਾਊਂਟ ਹੁੰਦਾ ਬੈਂਕ ਦਾ, ਉਸੇ ਤਰੀਕ ਨੂੰ ਉਸੇ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਆ।
ਅਗਰ ਇਹ ਰਜਾਮੰਦੀ ਨਾਲ ਵੇਚੇ ਗਏ ਨੇ ਤਾਂ ਹੁਣ ਤੱਕ ਇਹ ਜਮ੍ਹਾਂ ਹੋ ਗਏ ਹੋਣਗੇ ਪੈਸੇ ਜੀ? ਪੈਸੇ ਬਿਲਕੁਲ ਨਹੀਂ ਜਮ੍ਹਾਂ ਹੋਏ ਜੀ, ਕਿਤੇ ਜਮ੍ਹਾਂ ਨਹੀਂ ਹੋਏ। ਜੇ ਜਮ੍ਹਾਂ ਹੋਏ ਹੁੰਦੇ ਫਿਰ ਤਾਂ ਕੋਈ ਰੌਲਾ ਹੀ ਨਹੀਂ ਸੀ। ਜੇ ਰੌਲਾ ਹੀ ਇਸ ਗੱਲ ਦਾ ਗਾ, ਜਿਹੜੀਆਂ ਵੀਡੀਓ ਤੋਂ ਪਤਾ ਲੱਗਦਾ ਜਾਂ ਗੱਲਾਂ ਬਾਤਾਂ ਸੁਣਨ ਤੋਂ ਪਤਾ ਲੱਗਦਾ, ਜਿਹੜੇ 2-3 ਬੰਦੇ ਹੈਗੇ ਪੈਸੇ ਵੇਚਣ ਵਾਲੇ, ਉਹ ਸਰਪੰਚ ਆ ਪੰਚ ਨੇ, ਵੀ ਉਹੋ ਹੀ ਪੈਸੇ ਖਾ ਖੂਗੇ, ਕਿਤੇ ਨਾ ਲਾਏ ਨੇ ਨਾ ਹੀ ਜਮ੍ਹਾਂ ਕਰਾਏ ਨੇਗੇ। ਜਮ੍ਹਾਂ ਕਰਵਾਏ, ਜੇ ਜਮ੍ਹਾਂ ਕਰਵਾਏ ਹੁੰਦੇ ਫਿਰ ਤਾਂ ਰੌਲੀ ਨਹੀਂ ਜੀ। ਰਸੀਦ ਵੀ ਹੋਣੀ ਆ ਉਸ ਟਾਈਮ ਦੀ, ਜਿਹੜੀ ਤਰੀਕ ਨੂੰ ਬੋਲੀ ਹੋਈ ਹੈਗੀ। ਵੈਸੇ ਤਾਂ ਪੰਚਾਇਤ ਦੇ ਕੋਲੇ ਅਧਿਕਾਰ ਹੀ ਨਹੀਂ ਵੀ ਸਰਕਾਰ ਦਾ ਕੋਈ ਪੈਸਾ ਹੈਗਾ ਜਿਹੜੀ ਆਪਣੇ ਰੱਖ ਲਵੇ ਅਕਾਊਂਟ ਦੇ ਵਿੱਚ। ਜਮ੍ਹਾਂ ਕਰਾਓ, ਜਦੋਂ ਲੋੜ ਆ ਚੈੱਕ ਦਵੋ ਏਜੰਸੀਆਂ ਨੂੰ ਜਿਹਨੂੰ ਦੇਣੇ ਹੈਗੇ। ਇਹ ਪੈਸਾ ਜਿਹੜਾ ਤੁਸੀਂ ਚਲੋ ਉਹਨਾਂ ਦੇ ਆਪਣੇ ਕੋਲ ਹੈ, ਇੱਕ ਤਾਂ ਉਹਨਾਂ ਨੇ ਜਮ੍ਹਾਂ ਨਹੀਂ ਕਰਾਇਆ, ਇਹ ਗਲਤੀ ਹੈ, ਪਰ ਦੂਸਰਾ ਇਹ ਹੈ ਕਿ ਬਿਨਾਂ ਮਨਜ਼ੂਰੀ ਤੋਂ ਕਟਵਾਤੇ ਉਹਨਾਂ ਨੇ। ਤੀਸਰਾ ਇਹ ਦੱਸੋ ਕਿ ਪੰਚਾਇਤ ਵੱਲੋਂ ਕੋਈ ਪਲਾਟ ਕੱਟੇ ਜਾ ਰਹੇ ਨੇ ਤੁਹਾਡੇ ਜੀ? ਪਲਾਟ ਸਾਡੀ ਪੰਚਾਇਤ ਕੀ ਕੱਟੂ ਜੀ? ਹੁਣ ਮੈਂ ਤੁਹਾਨੂੰ ਪਹਿਲਾਂ ਡਿਸਪੈਂਸਰੀ ਦੀ ਗੱਲ ਕਰਕੇ ਹਟਿਆ। ਡਿਸਪੈਂਸਰੀ ਦੇ ਵਿੱਚੋਂ ਜੇ ਮਟੀਰੀਅਲ ਪੁਰਾਣਾ ਵਿਕਦਾ ਤਾਂ ਮੇਰੇ ਪਿੰਡ ਦੇ ਜੋ ਗਰੀਬ ਲੋਕ ਨੇ ਉਹ ਖਰੀਦ ਲੈਂਦੇ ਮਟੀਰੀਅਲ। ਉੱਥੇ ਗਾਰਡਰ ਵੀ ਤੇ ਪੁੱਛ ਲਓ, ਮੇਰਾ ਪੂਰਾ ਪਿੰਡ ਆ, 4000 ਕਰੀਬ ਵੋਟ ਆ ਸਾਡੀ, ਵੀ ਉੱਥੋਂ ਜੇ ਮਟੀਰੀਅਲ ਵਿਕਦਾ ਜਾਂ ਇੱਟਾਂ ਰੋੜੇ ਅਸੀਂ ਬੋਲੀ ਦੇ ਵੇਚਦੀ ਪੰਚਾਇਤ। ਕੋਈ ਜਿਹੜੇ ਗਰੀਬ ਨੇ, ਜਿਹੜੇ ਪਹੁੰਚ ਮਹਿੰਗਾਈ ਦਾ ਯੁੱਗ ਆ, ਕਰੋਨਾ ਦੀ ਮਾਰ ਝੱਲੀ ਹੋਈ ਆ ਲੋਕਾਂ ਨੇ, ਕਿਸੇ ਨੂੰ ਗਾਰਡਰ ਮਿਲਣਾ ਸੀ, ਕਿਸੇ ਨੂੰ ਕੋਈ ਇੱਟਾਂ ਸਸਤੀਆਂ ਮਿਲਣੀਆਂ ਤੇ ਆਪਣਾ ਮਕਾਨ ਖੜਾ ਕਰ ਲੈਂਦੀ। ਅਸੀਂ ਪਲਾਟ ਪੰਚਾਇਤ ਕਿੱਥੋਂ ਦੇ ਦੂ ਕੱਟ ਕੇ ਜੀ? ਸਾਨੂੰ ਤਾਂ ਇੱਟਾਂ ਵੀ ਨਹੀਂ ਦੇ ਸਕੀਏ ਸਸਤੇ ਭਾਅ ਦੀਆਂ। ਹੁਣ 6700 ਨੂੰ ਇੱਟ ਮਿਲਦੀ ਆ, ਜੇ ਲਈਏ ਤਾਂ ਉੱਥੋਂ ਸਾਨੂੰ ਅੱਧ ਮੁੱਲ 'ਚ ਮਿਲ ਜਾਂਦੀ। ਕੋਈ ਗਰੀਬ ਆਦਮੀ 2 ਖਾਣ ਖੜੇ ਕਰ ਲੈਂਦਾ, ਉਹ ਵੀ ਨਹੀਂ ਪਤਾ ਕਿੱਥੇ। ਦੀ ਗੱਲ ਕਰ ਰਹੇ ਹਾਂ ਗਾਰਡਰਾਂ ਦੀ, ਫਿਰ ਗਾਰਡਰ ਹੈ ਕਿੱਥੇ? ਤੁਸੀਂ ਰੱਖੀ ਬੈਠੇ ਹੋ ਜੀ? ਉਹ ਤਾਂ ਪੰਚਾਇਤ ਦੱਸੋ ਜੀ ਕਿੱਥੇ ਨੇ। ਜਾਣੀ ਉੱਥੇ ਮਕਾਨ ਪਏ ਹੋਏ ਜਿਹੜੇ ਢਾਹ ਕੇ ਉਹਨਾਂ ਨੇ ਦਿੱਤੇ ਨੇ। ਜੇ ਉਹ ਤੁਸੀਂ ਪਲਾਟਾਂ ਦੀ ਗੱਲ ਕਰਦੇ ਹੋ, ਸਰਕਾਰ ਕਹਿੰਦੀ ਆ ਗਰੀਬਾਂ ਨੂੰ ਪਲਾਟ ਕੱਟ ਕੇ ਦਿਓ। ਗਰੀਬਾਂ ਨੂੰ ਤਾਂ ਸਾਨੂੰ ਲਾਉਣ ਨੂੰ ਰੋੜਾ ਨਹੀਂ ਮਿਲ ਰਿਹਾ। ਪੰਚਾਇਤਾਂ ਤਾਂ ਆਪ ਖਾਈ ਗਈਆਂ ਵੇਚ ਕੇ। ਗਰੀਬਾਂ ਨੂੰ ਪਲਾਟ ਕਿੱਥੋਂ ਦੇ ਦੇਣਗੇ? ਸਰਪੰਚ ਸਾਹਿਬ ਕੋਲ ਜਾਈਏ ਅਸੀਂ, ਕੌਣ ਦੱਸਣਗੇ? ਜਾਂ ਪੰਚ ਕੋਲ ਜਾਈਏ? ਸਰਪੰਚ ਸਾਹਿਬ ਬੈਠੇ ਹੈਗੇ ਜੀ। ਸਰਪੰਚ ਨੂੰ ਜਿਹੜੀ ਅੱਗੇ ਜਿਹੜੇ ਸਾਡੇ ਹੁੰਦੇ ਹੈਗੇ ਆਫੀਸਰ ਨੇਗੇ ਸਾਡੇ, ਜਿਨ੍ਹਾਂ ਦੇ ਅਧੀਨ ਅਸੀਂ ਕੰਮ ਕਰਦੇ ਹਾਂ, BDPO ਸਾਹਿਬ ਹੁੰਦੇ ਆ, DDPO ਸਾਹਿਬ ਨੇਗੇ, ਸਾਡੇ DC ਨੇ, ਜ਼ਿਲ੍ਹੇ ਦੇ ਜਿੰਨੇ ਅਧਿਕਾਰੀ ਆ ਸਾਡੇ ਪੰਚਾਇਤਾਂ ਤੋਂ ਉੱਪਰ ਬੈਠੇ ਨੇਗੇ, ਉਹਨਾਂ ਰਾਹੀਂ ਇਹਨਾਂ ਨੂੰ ਪੁੱਛ ਕੇ ਜਾਂਚ ਕਰੀ ਜਾਵੇ ਵਧੀਆ ਵੀ ਕੀ ਗੱਲ ਆ, ਕਿੱਥੇ ਮਟੀਰੀਅਲ ਗਿਆ। ਆਉਣ ਵਾਲੀਆਂ ਪੰਚਾਇਤਾਂ ਨੂੰ ਵੀ ਸਿੱਖਿਆ ਮਿਲੇ ਵੀ ਜਿਹੜੇ ਕੰਮ ਨੇਗੇ ਇਹ ਸਾਡੇ ਢੰਗਾਂ ਨਾਲ ਪੰਚਾਇਤ ਦੇ ਅਧੀਨ ਹੀ ਹੋਣੇ ਚਾਹੀਦੇ ਨੇ, ਪੰਚਾਇਤ ਦੀਆਂ ਕਾਰਵਾਈਆਂ ਰਾਹੀਂ ਹੋਣੇ ਚਾਹੀਦੇ ਨੇ। ਮਹਿਕਮੇ ਨਾਲ ਸੰਬੰਧਿਤ ਮਨਜ਼ੂਰੀ ਲੈਣੀ ਚਾਹੀਦੀ ਆ। ਗਲੀ ਪੱਟਣੀਆਂ ਤਾਂ ਵੀ ਮਨਜ਼ੂਰੀ ਹੁੰਦੀ ਹੈ ਕਿ ਦਰਖਤ ਵੇਚਣਾ ਤਾਂ ਵੀ, ਪਰ ਬਿਨਾਂ ਮਨਜ਼ੂਰੀ ਤੋਂ ਪੰਚਾਇਤਾਂ ਕੰਮ ਕਰਦੀਆਂ ਸੌਂਦੀਆਂ ਨਹੀਂ, ਵਧੀਆ ਨਹੀਂ ਲੱਗਦੀਆਂ। ਹੁਣ ਤੱਕ ਜਿਹੜਾ ਕੰਮ ਹੋਇਆ ਬਿਨਾਂ ਮਨਜ਼ੂਰੀ ਤੋਂ ਹੋਇਆ ਜੀ? ਜਿਹੜੇ ਦਰਖਤ ਪੱਟੇ ਗਏ ਨੇ ਉਹਨਾਂ ਦੀ ਕੋਈ ਮਨਜ਼ੂਰੀ ਨਹੀਂ ਹੈਗੀ। ਜਿਹੜਾ ਕੋਈ ਬੋਲੀ ਹੋਈ ਹੈਗੀ ਪੁਰਾਣੇ ਮਟੀਰੀਅਲ ਦੀ ਹੋਈ ਆ, ਕੋਈ ਬੁਨਿਆਦੀ ਨਹੀਂ ਹੋਈ। ਪਹਿਲਾਂ ਮੇਰਾ ਖਿਆਲ ਮੱਛੀ ਵਾਲੇ ਟੋਬੇ ਦਾ ਰੌਲਾ ਪੈਂਦਾ ਰਿਹਾ, ਪੈਸੇ ਨਹੀਂ ਜਮ੍ਹਾਂ ਕਰਾਏ, ਉਹਦੀ ਬੋਲੀ ਦਾ ਰੌਲਾ ਪਿਆ ਗਾ। ਕਾਫੀ ਕੁਛ ਹੋ ਹੀ ਜਾਂਦਾ ਜੀ, ਅਸੀਂ ਸੁਣੀ ਜਾਂਦੇ ਹਾਂ ਰੋਜ਼। ਪਰ ਬਦਨਾਮੀ ਪਿੰਡ ਦੀ ਬਦਨਾਮੀ ਆ ਜਿਹੜੀ ਬਹੁਤ ਵੱਡੀ ਹੈਗੀ ਜੀ। ਇਹ ਗੱਲ ਦੀ ਅਸੀਂ ਇਸ ਗੱਲ ਤੋਂ ਨਿਕਲਣਾ ਚਾਹੁੰਦੇ ਹਾਂ, ਪਿੰਡ ਵਾਸੀ ਸਾਰੇ, ਵੀ ਜਿਹੜਾ ਕੋਈ ਇਹ ਕੰਮ ਕਰ ਰਹੇ ਨੇ ਵਧੀਆ ਨਹੀਂ ਕਰਦੇ ਹੈਗੇ। ਕਰਨਾ ਚਾਹੀਦਾ। ਪੰਚਾਇਤਾਂ ਸਰਕਾਰ ਦਾ ਇੱਕ ਅੰਗ ਹੁੰਦੀਆਂ ਨੇ, ਅੰਗ ਬਣ ਕੇ ਚੱਲਣਾ ਚਾਹੀਦਾ। ਸਰ ਤੁਸੀਂ ਤਾਂ ਹੁਣ ਕਿਹਾ ਕਿ ਜਿਹੜਾ ਦਰਖਤ ਵੇਚੇ ਨੇ ਪੰਚਾਇਤ ਨੇ ਵੇਚੇ ਨੇ, ਮਤਲਬ ਸਰਪੰਚ ਨੇ ਮਿਲ ਕੇ ਵੇਚੇ ਨੇ, ਇਹਦੇ ਨਾਲ ਫਿਰ ਮਾਸਟਰ ਦਾ ਕੀ ਸੰਬੰਧ ਹੈ ਜੀ? ਮਾਸਟਰ ਦਾ ਕੋਈ ਸੰਬੰਧ ਨਹੀਂ ਜੀ ਇਹਦੇ ਵਿੱਚ। ਉਹਦੇ ਤੇ ਐਲੀਗੇਸ਼ਨ ਲੱਗ ਗਿਆ। ਐਲੀਗੇਸ਼ਨ ਦੇਖੋ ਜੀ, ਕੋਈ ਕੁਛ ਲਈ ਜਾਵੇ, ਐਲੀਗੇਸ਼ਨ ਲਾਉਣੇ ਬਹੁਤ ਗਲਤ ਨੇ। ਜਿਹੜੇ ਸਾਡੇ ਟੀਚਰ ਨੇ, ਮੇਰਾ ਖਿਆਲ ਆ ਵੀ ਇਹ ਟੀਚਰ ਸਾਡੇ ਸਕੂਲ ਦੇ ਇੰਨੇ ਵਧੀਆ ਟੀਚਰ ਨੇ, ਇੰਨਾ ਕੰਮ ਕਰਦੇ ਆ, ਇੰਨੇ ਲਾਇਕ ਟੀਚਰ ਨੇ ਸਾਡੇ। ਉਹ ਵਿਚਾਰੇ ਨਾ ਦਿਨ ਨਾ ਰਾਤ ਉਰੇ ਇੰਨਾ ਕੰਮ ਕਰਦੇ ਹੈਗੇ, ਬੂਟੇ ਵੀ ਲਾਉਂਦੇ ਆ, ਪਾਲਦੇ ਵੀ ਆ, ਬੱਚਿਆਂ ਦੀ ਪੜ੍ਹਾਈ ਬਹੁਤ ਵਧੀਆ ਕਰਾਉਂਦੇ ਨੇ। ਕਿਸੇ ਵੀ ਕਿਸਮ ਦਾ ਸਾਡਾ ਇੱਕ ਵੀ ਸਟਾਫ ਦਾ ਜਿਹੜਾ ਮੈਂਬਰ ਹੈਗਾ ਸਕੂਲ ਦੇ ਸਟਾਫ ਦੇ ਵਿੱਚ, ਜਿੰਨਾ ਸਟਾਫ ਆ, ਕੋਈ ਵੀ ਇਹੋ ਜਿਹਾ ਹੈ ਨਹੀਂ ਵੀ ਜਿਹੜਾ ਨਾ ਹੱਥ ਪਾਉਂਦਾ। ਸਾਡੇ ਗਾਹਾਂ ਵਧੂ ਟੀਚਰ ਨੇ ਸਾਰੇ। ਸਰ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਕੁਲਦੀਪ ਸਿੰਘ ਮਰਾਹੜ ਜੀ, ਪੰਜਾਬੀ ਮਾਸਟਰ, ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਾਥਨ ਜੀ। ਸਰ ਮੈਨੇ ਸੁਣਿਆ ਕਿ ਤੁਹਾਡੇ ਤੇ ਕੋਈ ਐਲੀਗੇਸ਼ਨ ਲਾਇਆ ਕਿ ਤੁਸੀਂ ਇੱਕ ਗਰਾਊਂਡ ਦੇ, ਸਕੂਲ ਦੇ ਗਰਾਊਂਡ ਦੇ ਬੂਟੇ ਵੇਚਦੇ। ਕੀ ਕਹਿਣਾ ਚਾਹੁੰਦੇ ਹੋ ਜੀ ਉਹਨਾਂ ਬਾਰੇ? ਦੇਖੋ ਜੀ, ਇਹ 19 ਤਰੀਕ ਨੂੰ ਇੱਕ ਪਹਿਲਾਂ ਮੈਨੂੰ ਪਵਿੱਤਰ ਸਿੰਘ ਜਿਹੜੇ ਇੱਥੇ ਸੈਕਟਰੀ ਨੇ ਪੰਚਾਇਤ, ਉਹਨਾਂ ਵੱਲੋਂ ਇੱਕ ਫੋਨ ਆਉਂਦਾ। ਉਹ ਦੇਖੋ, ਮੈਂ ਤੁਹਾਨੂੰ ਰਿਕਾਰਡਿੰਗ ਉਹੀ ਸੁਣਾ ਦਿੰਦਾ, ਇੱਥੇ ਦੇਖੋ। ਹੈਲੋ 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 ਹਾਂਜੀ ਸੈਕਟਰੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਮੇਰੀ ਇੱਕ ਬੇਨਤੀ ਆ। ਹਾਂਜੀ ਹਾਂਜੀ। ਤੁਸੀਂ ਆਹ ਦਰਖਤਾਂ ਵਾਲਾ ਆਪਣਾ ਮਸਲਾ ਨਿਬੇੜ ਲਓ। ਹੈ ਜੀ? ਆਹ ਦਰਖਤਾਂ ਵਾਲਾ ਆਪਣਾ ਮਸਲਾ ਨਿਬੇੜ ਲਓ, ਗੱਲ ਇਹ ਵੱਧ ਹੀ ਜਾਂਦੀ। ਮੈਂ ਤਾਂ ਆਪ ਇਹਨਾਂ ਨੂੰ ਕਿਹਾ ਜੀ, ਇਹ ਕਹਿੰਦੇ ਅਸੀਂ ਭਰਤ ਪਵਾਵਾਂਗੇ, ਕਿਸੇ ਗੱਲ ਤੇ ਆ ਨਹੀਂ ਸੀ ਰਹੇ, ਮੇਰਾ ਨਾਮ ਲਾ ਰਹੇ ਸੀ। ਮੇਰੀ ਬੇਨਤੀ ਸੁਣੋ, ਦੇਖ। ਹਾਂਜੀ। ਤੂੰ ਵੀ ਆਪਣਾ ਭਾਈ ਹੈ। ਹਾਂਜੀ ਹਾਂਜੀ ਹਾਂਜੀ। ਮੇਰਾ ਤਾਂ ਇਸ ਗੱਲ 'ਚ ਕੋਈ ਲਾਗਾ ਤੱਗਾ ਹੈ ਨਹੀਂ। ਹਾਂਜੀ ਹਾਂਜੀ। ਮੈਂ ਤਾਂ ਤੁਹਾਡਾ ਨਾਂ ਧਰ ਦੇਣਾ ਪੰਜਾਬੀ 'ਚ 5 ਮਿੰਟ ਲਾਉਣੇ ਨੇ ਜੀ, ਇੰਨਾ ਨਾ ਜਾਣੋ। ਦੇਖ ਮੈਂ ਤੈਨੂੰ ਮੁਲਾਜ਼ਮ ਹੋਣ ਦੇ ਨਾਤੇ ਕਿਹਾ ਵੀ ਨਹੀਂ, ਤੁਹਾਡਾ ਹਾਲਾਤ ਖਰਾਬ ਨੇ। ਦੇਖੋ ਆਪਾਂ ਤਾਂ ਜੇ ਤਾਂ ਆਏ ਹੋਵੇ ਭਾਈ, ਮੈਂ ਮੁੱਕ ਰਿਹਾ ਹੋਵਾਂ, ਮੈਂ ਪੈਸੇ ਲੈਤੇ ਹੁਣ
ਹੁਣ ਪੈਸੇ ਇਹਨਾਂ ਨੇ ਫੜੇ ਨੇ, ਲੱਖੀ ਨੇ ਫੜੇ ਨੇ, ਗਾਂ ਜਿਹਨੂੰ ਦਿੱਤੇ ਨੇ ਉਹ ਤਾਂ ਇਹਨੂੰ ਸਰਪੰਚ ਨੂੰ ਵੀ ਮੈਂ ਦੱਸਦਾ ਰਿਹਾ ਕਿ ਨਾ ਤੁਹਾਡੇ ਕੋਲ ਆਪਦਾ ਬੰਦੇ ਇਕੱਠੇ ਕਰ, ਲੱਖੀ ਦੇ ਘਰੇ ਜਾ। ਅਸੀਂ ਇੱਥੇ ਰੱਖਿਆ ਸੀ, ਇਕੱਠ ਆਇਆ ਨਹੀਂ ਸੀ ਲੱਖੀ ਉਦੋਂ। ਲੱਖੀ ਨਹੀਂ ਆਉਂਦਾ, ਤੂੰ ਗੱਲ ਨਹੀਂ ਸਮਝਦਾ, ਉਹਦੇ ਘਰੇ ਜਾਓ। ਠੀਕ ਹੈ, ਦੇਖੋ ਮੇਰੀ ਬੇਨਤੀ ਸੁਣ, 50-60 ਹਜ਼ਾਰ ਰੁਪਏ ਦੀ ਗੱਲ ਕੁਛ ਨਹੀਂ, ਆਪਾਂ ਦਾ ਕੋਈ ਚੱਕਰ ਨਹੀਂ ਜੀ। ਆਪਾਂ ਤਾਂ ਇਹ ਕਹਾਂ ਵੀ ਜੇ ਪਹਿਲਾਂ ਹਾਂਜੀ ਦੱਸੋ। ਦੇਖੋ ਸਾਡਾ ਇੱਕ ਪੰਗਾ ਪੈ ਗਿਆ ਸੀ, ਸਾਡਾ 9 ਲੱਖ ਰੁਪਇਆ ਲੱਗ ਗਿਆ ਉਹ ਮਾਮਲੇ 'ਚ। ਹਾਂਜੀ ਹਾਂ ਵੀ ਨਹੀਂ ਤਾਂ ਆਪਾਂ ਕਰਦੇ ਹਾਂ, ਇਹਦਾ ਤੁਸੀਂ ਜਮਾ ਕਰਾ ਦਿਓ, ਆਪਾਂ ਕੰਮ ਚਲਾ ਦਿਓ, ਸੁਣਤਾ ਲੈ। ਹਾਂਜੀ ਜੇ ਤੁਸੀਂ ਕੰਮ ਨਹੀਂ ਕਰਾਇਆ ਆਪਾਂ ਉਹਨਾਂ ਦੇ ਪੈਸੇ ਬੈਂਕ 'ਚੋਂ ਕਢਾ ਦਿੰਦੇ। ਠੀਕ ਹੈ, ਜੇ ਤਾਂ ਤੁਸੀਂ ਵੀ ਅਸੀਂ ਨੇ ਇਹ ਸਿੱਧੇ ਪੈਸੇ ਖਰਚ ਲਏ, ਤੁਸੀਂ ਚੋਰ ਹੋ। ਹਾਂਜੀ ਹਾਂ ਉਹਦਾ ਹੈਗਾ। ਜਿਹੜੇ ਐਂ ਕਰੋ, ਤੁਸੀਂ ਇਹ ਪੈਸਿਆਂ ਨੂੰ ਕਰਾ ਦਿਓ ਬੈਂਕ 'ਚ ਜਮਾ, ਮੰਨੋ ਗੱਲ। ਠੀਕ ਹੈ ਜੀ, ਬੈਂਕ ਜਮਾ ਕਰਾ ਕੇ ਜਿਹੜੇ ਤੁਸੀਂ ਕੰਮ ਨਹੀਂ ਕਰਾਏ ਉਹਨਾਂ ਦੇ ਪੈਸੇ ਕਢਾ ਲਓ। ਬਾਬਾ ਠੀਕ ਆ, ਉਹ ਆਇਆ ਜੀ ਪੈਸੇ ਤਾਂ ਹੁਣ ਲੱਖੀ ਗੋਲੀ ਨੇ ਫਿਰ 66,000 ਰੁਪਇਆ ਯਾਰ ਭੈਣ ਦੀ ਦੰਦ ਲੱਖੀ ਕੋਲੇ, ਉਹਦਾ ਹੁਣ ਮਰ ਗਿਆ, ਮੁੱਕਰ ਗਿਆ। ਹਾਂਜੀ ਤੈਂ ਤਾਂ ਆਪਦੀ ਨੌਕਰੀ ਸਹੀ ਰੱਖਣੀ ਆ। ਲੱਖੀ ਦਾ ਭੈਣ ਚੋਦ ਇੱਕ ਦਾ ਸੜਾ, ਇੱਕ ਊਮਲੰਗ ਹੈ। ਇਹ ਝੂਠਾ ਗੱਲ ਮੇਰੀ, ਉਹ ਤਾਂ ਹੈਗਾ ਜੀ। ਠੀਕ ਆ ਜੀ, ਤੁਸੀਂ 10-20 ਹਜ਼ਾਰ ਰੁਪਇਆ ਘੱਟ ਵੱਧ ਕਰਕੇ ਮੇਰੀ ਗੱਲ ਸੁਣ। ਛੋਟੇ ਭਾਈ ਤੂੰ ਕਰਾ ਦੇ, ਮੈਂ ਤੇਰੇ ਜਿੰਨਾ ਪੰਜੀ ਪੂਰੀ ਕਰਵਾ ਦੂੰਗਾ। ਕੋਈ ਨਹੀਂ, ਕਰ ਲੈਣੇ ਗੱਲ ਆਪਾਂ। ਨਹੀਂ ਤੁਹਾਡਾ ਮੇਰੀ ਗੱਲ ਤਾਂ ਸੁਣ, ਆਪਣਾ ਸਰਕਾਰੀ ਮੁਲਾਜ਼ਮ ਦਾ ਨੁਕਸਾਨ, ਇਹਨਾਂ ਨੂੰ ਭੈਣ ਚੋਦਾਂ ਨੂੰ ਕੌਣ ਬੋਲਦਾ? ਜੇ ਪੁੱਛਦਾ ਕੋਈ ਤਾਂ ਦੱਸ। ਉਹ ਤਾਂ ਹੈਗਾ ਜੀ। ਹਾਂ ਇਹ ਗੱਲ ਤੁਹਾਡੀ, ਮੇਰੀ ਗੱਲ ਸੁਣ ਲਓ ਗੱਲ, ਜੇ ਕਿਤੇ ਗਾਂ ਚੜ ਗਈ ਫੇਰ ਤੁਹਾਡੇ ਕਿਸੇ ਨੇ ਬੋਲੀ ਨਹੀਂ ਲਿਖਣੀ ਇਹਨਾਂ ਦੀ। ਹੁਣ ਤਾਂ ਚਲੋ ਚਾਹੇ ਤੁਸੀਂ ਆਪਦੀ ਕਾਰਵਾਈ 'ਚ ਬੋਲੀ ਪਾ ਲਓ ਜਾਂ ਮੈਂ ਪਾ ਦਿੰਦਾ। ਠੀਕ ਹੈ ਜੀ, ਹਾਂ ਮੇਰਾ ਭਾਈ ਬਣ ਕੇ ਇਹਨੂੰ 1-2 ਦਿਨਾਂ 'ਚ ਨਿਬੇੜ ਦੂਗਾ। ਠੀਕ ਹੈ। ਸਰ ਇਹ ਫੋਨ ਕਿਹਨਾਂ ਦਾ ਆਇਆ ਸੀ? ਇਹ ਮੈਨੂੰ ਸਰਪੰਚ ਦੇ ਫੋਨ ਤੋਂ ਪਵਿੱਤਰ ਸਿੰਘ ਸੈਕਟਰੀ ਆ ਜਿਹੜਾ ਧਮਕੀਆਂ ਦੇ ਰਿਹਾ ਸੀ ਵੀ ਤੂੰ ਇਹਦੇ ਪੈਸੇ ਭਰਾ ਦੇ, ਵੀ ਇੱਕ ਵਾਰ ਪੈਸੇ ਭਰਾ ਦੇ, ਤੇਰੇ ਸਾਰੇ ਮੈਂ ਪੂਰੇ ਕਰਾ ਦੂੰਗਾ। ਜਾਣੀ ਕਿ ਮੈਨੂੰ ਚੋਰ ਬਣਾਉਣਾ ਚਾਹੁੰਦਾ ਸੀ ਉਹ ਇਸ ਗੱਲ ਦੇ ਲਈ। ਮੈਨੂੰ ਧਮਕਾ ਰਿਹਾ ਤੇਰੇ ਤੇ ਨੌਕਰੀ ਤੇ ਐਵੇਂ ਆ ਜਾਊਗਾ, ਤੈਨੂੰ ਸਸਪੈਂਡ ਕਰ ਦਿੱਤਾ ਜਾਊਗਾ। ਜੋ ਇਦਾਂ ਗੱਲਾਂ ਤੁਸੀਂ ਸੁਣੀਆਂ ਹੀ ਨੇ, ਬਾਕੀ ਤੁਹਾਡੇ ਸਾਰੇ ਇਹਦੇ ਵਿੱਚ ਰਿਕਾਰਡ ਹੋਈਆਂ ਨੇ। ਰਿਕਾਰਡਿੰਗ ਸੁਣਾਈ ਹੈ। ਹਾਂਜੀ ਇਹ ਫੋਨ ਤੇ ਤੁਹਾਡੇ ਨਾਲ ਹੋ ਰਹੀ? ਹਾਂਜੀ ਹਾਂ 19 ਤਰੀਕ ਨੂੰ ਮੇਰੇ ਨਾਲ ਗੱਲ ਹੋਈ ਆ, 19/10/2021 ਨੂੰ 2:43 ਤੇ ਸਰਪੰਚ ਰਘਵੀਰ ਸਿੰਘ ਦੇ ਫੋਨ ਤੋਂ ਫੋਨ ਆਉਂਦਾ, ਮੈਨੂੰ ਕਹਿੰਦੇ ਸੈਕਟਰੀ ਸਾਹਿਬ ਨਾਲ ਗੱਲ ਕਰੋ। ਤੇ ਸੈਕਟਰੀ ਸਾਹਿਬ ਮੈਨੂੰ ਇੱਥੇ ਧਮਕੀਆਂ ਦੇ ਰਹੇ ਨੇ ਵੀ ਤੂੰ ਪੈਸੇ ਭਰ ਦੇ। ਇਹ ਜਿਹੜੀਆਂ ਡੇਕਾਂ ਦਾ ਜੋ ਮਾਮਲਾ ਹੈਗਾ ਵੀ ਉਹਨਾਂ ਨੇ ਪਹਿਲਾਂ ਮੈਨੂੰ ਇਹ ਵੀ ਕਿਹਾ, ਮੈਨੂੰ ਇਹ ਰਘਵੀਰ ਸਿੰਘ ਨੇ ਕਿਹਾ ਤੇ ਇੱਕ ਮੈਂਬਰ ਆ ਜਿਹੜਾ ਲੱਖੀ, ਉਹਨੇ ਕਿਹਾ ਵੀ ਤੂੰ ਕਹਿ ਦੇ ਵੀ ਮੈਂ ਸਕੂਲ ਵਿੱਚ ਲਾ ਦਿੱਤੇ, ਕਿਉਂਕਿ ਮੇਰੇ ਹੱਥੀਂ ਸਕੂਲ ਦੇ ਵਿੱਚ ਲਗਭਗ 8-10 ਲੱਖ ਰੁਪਇਆ ਲੱਗ ਚੁੱਕਿਆ। ਮੈਂ ਇਕੱਠੇ ਕਰਕੇ ਲਾ ਦਿੱਤੇ, ਆਪਣੀ ਤਨਖਾਹ 'ਚੋਂ ਲਾ ਦਿੱਤੇ ਵੀ ਤੂੰ ਕਹਿ ਦੇ। ਪਿੰਡ ਵਾਲੇ ਜਦੋਂ ਇਹਨਾਂ ਦਾ ਰੌਲਾ ਪਿਆ ਪਿੰਡ ਵਿੱਚ ਵੀ ਤੂੰ ਕਹਿ ਦੇ ਸਕੂਲ ਤੇ ਲਾ ਦਿੱਤੇ, ਪਰ ਮੈਂ ਉਹਨਾਂ ਨੂੰ ਕਿਹਾ ਮੇਰਾ ਗੱਲ ਲੈ ਜੂ, ਝੂਠ ਨਹੀਂ ਕਦੇ ਬੋਲੂੰਗਾ। ਹਾਂਜੀ, ਇਸ ਤੋਂ ਇਲਾਵਾ ਥੋੜੀ ਲੱਖੀ ਨਾਲ ਵੀ ਕੋਈ ਗੱਲ ਹੋਈ? ਨਹੀਂ, ਲੱਖੀ ਨਾਲ ਮੇਰੀ ਪਹਿਲਾਂ ਕੋਈ ਗੱਲ ਨਹੀਂ ਹੋਈ ਇੱਦਾਂ ਦੀ। ਮੈਨੂੰ ਇੱਥੇ ਸੁਣਨ 'ਚ ਹੀ ਆਇਆ ਤੇ 1-2 ਵਾਰ ਇੱਥੇ ਇਹਨਾਂ ਨੇ ਇਕੱਠ ਰੱਖਿਆ ਸੀ ਇੱਥੇ, ਤੇ ਜੋ ਉਹਨਾਂ ਦੋਨਾਂ ਇਕੱਠਾਂ ਦੇ ਵਿੱਚ ਆ ਜਿਹੜਾ ਉਹ ਲੱਖੀ ਪੰਚ ਨਹੀਂ ਸੀ ਆਇਆ। ਪਰ ਮੌਜੂਦਾ ਸਰਪੰਚ ਰਘਵੀਰ ਸਿੰਘ ਇੱਕ ਇਕੱਠ ਦੇ ਵਿੱਚ ਮੰਨ ਜਾਂਦਾ ਵੀ 66,500 ਰੁਪਇਆ ਮੈਂ ਜਮ੍ਹਾਂ ਕਰਵਾਵਾਂਗਾ, ਤੇ ਪੂਰੀ ਇੱਥੇ ਪੰਚਾਇਤ ਜੋ ਬੈਠੇ ਹੁੰਦੇ ਨੇ ਮੋਹਤਬਰ ਸੱਜਣ ਜੋ ਪਿੰਡ ਦੇ ਹੈਗੇ ਆ, ਲਗਭਗ 50-60 ਜਾਣੇ ਇੱਥੇ ਬੈਠੇ ਹੁੰਦੇ ਨੇ, ਉਹਨਾਂ ਵਿੱਚ ਮੰਨਦਾ ਵੀ ਮੈਂ 1 ਨਵੰਬਰ ਨੂੰ ਤੁਹਾਡਾ ਜਿਹੜਾ 66,500 ਰੁਪਇਆ ਇੱਥੇ ਪੰਚਾਇਤ ਨੂੰ ਫੜਾ ਦੇਵਾਂਗਾ, ਉਹ ਤੁਸੀਂ ਇਹਦੇ ਗਰਾਊਂਡ ਦੇ ਉੱਪਰ ਲਗਾ ਲਿਓ। ਉਹ ਮੰਨ ਕੇ ਤੇ ਉਦੋਂ ਬਾਅਦ ਮੈਨੂੰ ਹੋ ਲਿਜਾ ਰਹੇ ਨੇ ਜੀ ਇਸ ਮਾਮਲੇ ਦੇ ਵਿੱਚ ਬਿਨਾਂ ਹੀ ਗੱਲ ਤੋਂ। ਰੌਲਾ ਹੈ ਹਾਂਜੀ। ਇਹ ਸਕੂਲ ਦੇ ਗਰਾਊਂਡ ਦਾ ਹੈ ਕਿ ਪੰਚਾਇਤ ਦੇ? ਦੇਖੋ ਇਹ ਪੰਚਾਇਤ ਦਾ ਗਰਾਊਂਡ ਹੈਗਾ। ਇਹ ਦੇਖੋ ਇੱਥੇ ਵਾਲੀਬਾਲ ਖੇਡਦੇ ਆ ਮੁੰਡੇ, ਪਿੰਡ ਤੋਂ ਇੱਥੇ ਆਉਂਦੇ ਆ। ਗਰਾਊਂਡ ਜਿਹੜਾ ਬਣਿਆ ਹੈਗਾ ਇਹਦੀ ਕੰਧ ਕੱਢੀ ਆ। ਮੈਨੂੰ ਤਾਂ ਇਹ ਬਿਨਾਂ ਗੱਲ ਤੋਂ ਹੀ ਇਸ ਮਾਮਲੇ 'ਚ ਖਿੱਚ ਰਹੇ ਨੇ, ਕਿਉਂਕਿ ਮੈਂ ਲਗਭਗ ਹਰ ਰੋਜ਼ ਸਕੂਲ ਆਉਣਾ, 1030 ਦਿਨ ਤੋਂ ਉੱਪਰ ਹੋ ਗਏ ਮੈਨੂੰ। ਮੈਂ ਸਕੂਲ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ, ਮੈਂ ਦਿਨ ਰਾਤ ਮਿਹਨਤ ਕਰ ਰਿਹਾ। ਦੇਖੋ ਉਹਨਾਂ ਨੇ ਨਜਾਇਜ਼ ਇਸ ਚੀਜ਼ ਦਾ ਫਾਇਦਾ ਉਠਾਇਆ। ਮੈਂ ਤਾਂ ਸਿੱਧੇ ਪਾਸੇ ਆਪਦਾ ਲੱਗਿਆ ਸੀ, ਉਹਨਾਂ ਨੇ ਮੇਰਾ ਨਾਮ ਬਿਨਾਂ ਹੀ ਗੱਲ ਤੋਂ ਇੱਧਰ ਨੂੰ ਜੋੜਨਾ ਚਾਹਿਆ। ਤੁਹਾਡਾ ਤਾਂ ਕੋਈ ਫਿਰ ਲਿੰਕ ਨਹੀਂ ਹੈ? ਮੇਰਾ ਕੋਈ ਲਿੰਕ ਨਹੀਂ ਜੀ ਇੱਥੇ ਲੈਣ ਦੇਣ 'ਚ ਕੋਈ। ਦੇਖੋ ਇਹ ਕੰਮ ਆ ਜਿਹੜਾ ਸਾਰਾ ਨਰੇਗਾ ਰਾਹੀਂ ਹੋ ਰਿਹਾ। ਨਰੇਗਾ ਸਾਰੀ ਅੰਡਰ ਪੰਚਾਇਤ ਆ ਜਿਹੜੀ, ਉਹ ਸਰਪੰਚ ਦੇ ਆਉਂਦੀ ਆ। ਸਰਪੰਚ ਰਘਵੀਰ ਸਿੰਘ ਦੇ ਅੰਡਰ ਸਾਰਾ ਜਿਹੜਾ ਕੰਮ ਹੋ ਰਿਹਾ, ਉਹਨਾਂ ਦੇ ਨਾਲ ਇੱਥੇ ਲੱਖੀ ਪੰਚ ਆ ਜਿਹੜਾ ਉਹ ਕਰਵਾ ਰਿਹਾ ਜੀ। ਫਿਰ ਹੁਣ ਸਰਪੰਚ ਸਾਹਿਬ ਜੀ ਪੈਸੇ ਭਰ ਰਹੇ ਨੇ ਕਿ ਨਹੀਂ? ਦੇਖੋ ਉਹਨਾਂ ਦੇਖੋ ਇਕੱਠ 'ਚ ਤਾਂ ਇਹੀ ਮੰਨੇ ਨੇ ਵੀ 1 ਤਰੀਕ ਨੂੰ ਭਰਾਂਗੇ, ਪਰ ਸੁਣਨ 'ਚ ਆਇਆ WhatsApp ਤੇ ਮੈਸੇਜ ਚੱਲ ਰਹੇ ਨੇ ਵੀ ਉਹ ਇੱਕ ਖਾਲੀ ਪੇਜ ਤੇ ਸਾਈਨ ਕਰਾ ਲਿਆਉਂਦੇ ਨੇ, ਜਿਨ੍ਹਾਂ ਨੇ ਲੱਕੜਾਂ ਪੱਟੀਆਂ ਨੇ ਉਹਨਾਂ ਦੇ ਉੱਪਰ ਸਾਈਨ ਕਰਾ ਲੈਂਦੇ ਨੇ, ਤੇ ਸਾਈਨ ਕਰਾ ਕੇ ਉਦੋਂ ਬਾਅਦ ਇੱਕ ਸਾਂਝਾ ਬਿਆਨ ਉਹ ਟਾਈਪ ਕਰ ਦਿੰਦੇ ਨੇ, ਜਿਸ ਦੇ ਵਿੱਚ ਉੱਥੇ ਮੇਰਾ ਨਾਮ ਲਿਖ ਦਿੰਦੇ ਨੇ, ਇੱਕ ਪੰਚ ਦਾ ਨਾਮ ਲਿਖ ਦਿੰਦੇ ਨੇ ਵੀ ਇਹਨਾਂ ਕੋਲੇ ਪੈਸੇ ਜਿਹੜੇ ਆ ਗਏ, ਜਿਨ੍ਹਾਂ ਨਾ ਕੋਈ ਗੱਲ ਕੀਤੀ ਨਾ ਕੋਈ ਪੈਸਾ ਫੜਿਆ। ਆਪਣਾ ਤਾਂ ਇਸ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ। ਮੈਂ ਤਾਂ ਸਕੂਲ ਦੇ ਵਿੱਚ ਵੀ ਦੇਖ ਲਓ ਤੁਸੀਂ ਜਾ ਕੇ 500 ਤੋਂ ਉੱਪਰ ਬੂਟਾ ਲਗਾ ਦਿੱਤਾ। ਸਮੇਂ-ਸਮੇਂ ਤੇ ਜਿਹੜਾ ਹੈਗਾ ਇੱਥੇ ਪੈਸੇ ਇਕੱਠੇ ਕਰਕੇ ਅਸੀਂ ਸਕੂਲ ਦੇ ਪੂਰੀ ਪ੍ਰੋਪਰ ਉਹਦਾ ਧਿਆਨ ਰੱਖ ਰਹੇ ਹਾਂ, ਉਹਦੇ ਤੇ ਲਗਾ ਰਹੇ ਹਾਂ, ਬੱਚਿਆਂ ਨੂੰ ਸਹੂਲਤਾਂ ਦੇ ਰਹੇ ਹਾਂ।
ਸਰਪੰਚ ਦੇ ਫੋਨ ਤੋਂ ਸੈਕਟਰੀ ਦਾ ਫੋਨ ਆਇਆ ਸੀ, ਤੁਹਾਨੂੰ ਧਮਕੀ ਦਿੱਤੀ ਗਈ? ਧਮਕੀ ਦਿੱਤੀ, ਸ਼ਰੇਆਮ ਧਮਕੀਆਂ ਦਿੱਤੀਆਂ ਜੀ ਮੈਨੂੰ ਨੇ। ਲੇਕਿਨ ਸਰਪੰਚ ਸਾਹਿਬ ਨੇ ਕੋਈ ਆਪਣੇ ਫੋਨ ਤੋਂ ਆਪ ਕੁਝ ਕਿਹਾ ਹੋਵੇ? ਨਹੀਂ, ਉਹਨਾਂ ਨੇ ਕੁਝ ਨਹੀਂ ਕਿਹਾ ਹੈਗਾ। ਔਰ ਉਹ ਤਾਂ ਮੈਨੂੰ, ਉਹਨਾਂ ਨੂੰ ਜਦੋਂ ਅਸੀਂ ਗੱਲ ਕੀਤੀ ਵੀ ਇਹ ਤਾਂ ਵੀ ਤੁਸੀਂ ਦੇਖੋ, ਤੁਸੀਂ ਮੰਨ ਕੇ ਕਿਉਂ ਇੱਥੇ ਭਰੋ, ਉਹ ਕਹਿ ਰਹੇ ਨੇ ਵੀ ਕੋਈ ਗੱਲ ਨਹੀਂ, ਅਸੀਂ ਇਹ ਗੱਲ ਨੂੰ ਨਿਬੇੜਨਾ ਚਾਹੁੰਦੇ, ਅਸੀਂ ਨਿਬੇੜ ਦਾਂਗੇ, ਭਰ ਦੇਵਾਂਗੇ, ਬਸ ਇਹ ਗੱਲ ਸੀ। ਪਰ ਮੈਨੂੰ ਜਦੋਂ ਪਤਾ ਲੱਗਿਆ WhatsApp ਤੇ ਇੱਕ ਵੀਡੀਓ ਚੱਲ ਰਹੀ, ਆਡੀਓ ਚੱਲ ਰਹੀ ਨੇ, ਉਹਦੇ ਵਿੱਚ ਸਰਪੰਚ ਉਹਨਾਂ ਨੂੰ, ਠੇਕੇਦਾਰਾਂ ਨੂੰ ਧਮਕਾ ਰਿਹਾ ਜਾਂ ਮੰਨ ਰਿਹਾ ਵੀ ਆ ਖਾਲੀ ਕਾਗਜ਼ ਤੇ ਮੈਂ ਸਾਈਨ ਕਰਾ ਕੇ ਲਿਆ, ਬੋਲੀ ਲੈ ਲਏ ਸੀ, ਤੁਸੀਂ ਵਾਪਸ ਲੈ ਜਾਓ, ਜੋ ਉੱਦਾਂ ਦੀਆਂ ਗੱਲਾਂ ਨੇ ਉਹ ਦੱਸ ਰਹੇ ਨੇ ਲੱਕੜਾਂ ਵਾਲੇ ਠੇਕੇਦਾਰ ਵੀ ਜਿਹੜੇ ਹੈਗਾ ਇਹਦੇ ਵਿੱਚ ਸਾਤੋਂ ਖਾਲੀ ਪੇਜ ਤੇ ਸਾਈਨ ਕਰਾ ਲਏ, ਵੀ ਸਾਨੂੰ ਇਹ ਕਹਿ ਕੇ ਲਿਆ ਨੇ ਬੋਲੀ ਆ। ਪਰ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੈਂ ਲੱਕੜ ਵਾਲਾ ਮੁੰਡਾ ਬੋਲਦਾ ਜੀ, ਜਿਹਦੇ ਤੁਸੀਂ ਹੁਣ ਪੇਜ ਤੇ ਸਾਈਨ ਕਰਾ ਕੇ ਲੈ ਕੇ ਗਏ ਸੀ ਖਾਲੀ ਤੇ ਜੀ। ਹਾਂਜੀ, ਉਹ ਕੀ ਚੱਕਰ ਹੈ ਜੀ ਉਹਦਾ ਰੌਲਾ ਜੀ? ਕਾਹਦਾ? ਉਹਦਾ ਪੇਜ ਦਾ ਜੀ, ਉਹਤੇ ਕੀ ਕੁਛ ਮਤਲਬ ਤੁਸੀਂ ਲਿਖਣਾ ਕਰਨਾ ਜੀ, ਲਿਖੋਗੇ ਜੀ ਉਹਤੇ? ਉਹਦਾ ਬੋਲੀ ਲਿਖਾਉਣੀ ਆ, ਉਹ ਤਾਂ ਕੋਈ ਨਹੀਂ ਲਿਖਾਉਣਾ ਉਹਦੇ। ਅੱਛਾ ਜੀ, ਬੋਲੀ ਲਿਖਾਉਣੀ ਹੈ ਜੀ? ਹਾਂ, ਬੋਲੀ ਲਿਖਾਉਣੀ ਆ, ਹੋਰ ਕੋਈ ਨਹੀਂ। ਤੈਨੂੰ ਠੇਕੇਦਾਰ ਬੋਲੀ ਪਾਉਣੀ ਆ, ਹੋਰ ਕੀ ਪਾਉਣਾ ਤੇ? ਠੀਕ ਹੈ ਜੀ, ਫਿਰ ਸਾਨੂੰ ਉਹ ਕਾਗਜ਼ ਦੇ ਦਿਓ ਜੀ ਵਾਪਸ। ਹੁਣ ਉੱਥੇ ਸਕੂਲ 'ਚ ਸਾਈਨ ਤਾਂ ਕਰਕੇ ਸੀ ਅਸੀਂ, ਜਿਹੜੇ ਪੈਸੇ ਸੀ ਤੁਹਾਨੂੰ ਉਹ ਵੀ ਸਾਰੇ ਲਿਖੇ ਹੋਏ ਨੇ ਜੀ ਉਹਤੇ ਜੀ। ਅੱਛਾ, ਹਾਂ ਜੀ, ਵੀ ਸਾਨੂੰ ਨਾ ਕੋਈ ਹੋਰ ਗੱਲਬਾਤ ਹੋ ਗਈ ਹੋ ਜੇ ਜੀ। ਵੀਰੇ ਗੱਲ ਸੁਣ ਲੈ ਇੱਕ, ਠੀਕ ਹੈ? ਹਾਂ ਜੀ, ਮੈਂ ਨਾ ਤਾਂ ਕਿਹਦੀ ਗੱਲਬਾਤ ਕਰਾਈ ਆ, ਠੀਕ ਹੈ? ਮੈਂ ਤਾਂ ਸਿਰਫ ਵਿਚਾਰ 'ਚ ਵਿਚਾਰ ਰੱਖਣਾ। ਤੇਰਾ ਪਹਿਲਾਂ ਹੀ ਵਿਚਾਰ ਰੱਖਿਆ, ਠੀਕ ਹੈ ਜੀ। ਹੁਣ ਵੀ ਆਪਾਂ ਵਿਚਾਰ ਰੱਖਾਂਗੇ ਸਾਰਿਆਂ ਦੀ, ਠੀਕ ਹੈ? ਮੈਨੂੰ ਇਹ ਨਹੀਂ ਹੁਣ ਹੁੰਦਾ। ਚਲੋ ਫਿਰ ਹੁਣ ਸਾਨੂੰ ਪੇਜ ਤਾਂ ਦੇ ਦਿਓ ਜੀ ਉਹ ਖਾਲੀ ਜੀ। ਹੁਣ ਜਿਹਦੇ ਸਾਈਨ ਵਾਲੇ ਨਾਂ ਦਾ ਕੁਝ ਲਿਖਿਆ ਹੋਇਆ ਸੀ, ਸਾਨੂੰ ਸਾਡੇ ਪਿੰਡ ਦੇ ਨੂੰ, ਅਸੀਂ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਪੁੱਛੇਗੀ। ਉਹ ਕਹਿੰਦਾ ਤੁਹਾਨੂੰ ਕੀ ਮਤਲਬ ਸੀ, ਕਹਿੰਦਾ ਸਾਈਨ ਕਰਨ ਦਾ। ਕਹਿੰਦਾ ਜਦੋਂ ਤੁਹਾਡੀ ਗੱਲਬਾਤ ਹੋ ਗਈ ਜੀ ਉੱਥੇ ਸਕੂਲ ਦੇ ਵਿੱਚ ਤੁਸੀਂ ਸਾਈਨ ਕਰਕੇ ਆਏ ਹੋ ਜੀ। ਕਹਿੰਦੇ ਫਿਰ ਖਾਲੀ ਪੇਜ ਤੇ ਤਾਂ ਤੁਸੀਂ ਸਾਈਨ ਕਰਨੀ ਨਹੀਂ ਸੀ। ਕਹਿੰਦੇ ਖਾਲੀ ਪੇਜ ਤੇ ਤਾਂ ਹੁਣ ਤੁਸੀਂ ਫਸੋਗੇ, ਉਹਨਾਂ ਦਾ ਕੀ ਪਤਾ ਕੀ। ਨਾ, ਪਹਿਲੀ ਗੱਲ ਆ, ਮੇਰੀ ਗੱਲ ਸੁਣ, ਤੈਨੂੰ ਫਸਾਉਣ ਵਾਸਤੇ। ਅੱਛਾ ਜੀ, ਮੈਨੂੰ ਆਏ ਫਿਰ ਉਹਨਾਂ ਨੇ ਕਿਹਾ ਜੀ, ਕਹਿੰਦੇ ਵੀ ਕੀ ਗੱਲਬਾਤ ਨਾ ਤੈਨੂੰ ਕਰਦੇ ਨੇ, ਕਹਿੰਦੇ ਤੂੰ ਮੇਰੇ ਨਾਲ ਤਾਂ ਪਹਿਲਾਂ ਗੱਲ ਕਰ ਲੈਂਦਾ ਵੀ ਖਾਲੀ ਪੇਜ। ਤੂੰ ਐ ਕਰੀ ਯਾਰ, ਤੂੰ ਐ ਕਰ, ਹੁਣੀ ਪਿੰਡ ਆ ਜਾ, ਉੱਥੇ ਲੱਖੀ ਕੋਲ ਹੀ ਨੇ, ਮੈਂ ਤਾਂ ਹੈ ਨਹੀਂ ਇੱਥੇ। ਠੀਕ ਹੈ ਜੀ, ਠੀਕ ਹੈ, ਲੱਖੀ ਕੋਲ ਆ ਜਾ ਤੂੰ, ਤੁਹਾਡੇ ਪਿੰਡ ਉਹਨੂੰ ਮਿਲ ਲੈ, ਠੀਕ ਹੈ? ਲੱਖੀ ਕੋਲ ਹੈ ਜੀ ਕਾਗਜ਼? ਹਾਂ, ਉਹਦੇ ਕੋਲ ਹੀ ਆ ਕਾਗਜ਼। ਤੂੰ ਉਹਨਾਂ ਨਾਲ ਗੱਲਬਾਤ ਕਰ ਲੈ, ਜੇ ਤੈਨੂੰ ਗੱਲਬਾਤ ਕੋਈ ਡਾਊਟ ਲੱਗੂ ਤਾਂ ਹੀ ਆ ਜੀ, ਡਾਊਟ ਥੋੜ੍ਹਾ ਦਾਉਣ ਦੇਵਾਂਗੇ। ਠੀਕ ਆ ਜੀ, ਉਹ ਤਾਂ ਫਿਰ ਹੁਣ ਮੈਨੂੰ ਵੀ ਮੇਰੇ ਪਿੰਡ ਦੇ ਸਰਪੰਚ ਨੇ ਹੀ ਕਿਹਾ ਜੀ, ਕਹਿੰਦਾ ਵੀ ਜ਼ਿਆਦਾ ਕੋਈ ਗੱਲਬਾਤ ਕਰ, ਕਹਿੰਦਾ ਜੇ ਕੋਈ ਤੈਨੂੰ ਕੱਲ ਨੂੰ ਗੱਲਬਾਤ ਹੋ ਗਈ, ਕਹਿੰਦਾ ਭਾਈ ਮੈਨੂੰ ਨਾ ਫਿਰ ਤੂੰ ਕਹੀਂ, ਕਹਿੰਦਾ ਮਹਾ ਜਮਾ ਨਹੀਂ ਯਾਰ, ਤੇਰੀ ਤਾਂ ਗੱਲ ਪਹਿਲੀ ਗੱਲ ਆ। ਤੇਰੀ ਕੋਈ ਗੱਲ ਦੱਸਾਂ, ਮੈਂ ਗਰੀਬਾਂ ਦੇ ਹਮਦਰਦੀ ਰਿਹਾ ਹੁਣ ਤੱਕ। ਮੈਂ ਤਾਂ ਰੌਲਾ ਵੀ ਨਿਬੇੜਨ ਵਾਸਤੇ ਸੀ, ਨਾ ਕਿਤੇ ਮੈਂ ਗਾਹ ਪਾਉਣ ਵਾਸਤੇ ਆ। ਠੀਕ, ਮੈਂ ਹਜੇ ਤੱਕ ਗਾਹ ਨਹੀਂ ਕਿਹੜਾ ਪਵਾਇਆ ਵੀਰ ਬਣ ਕੇ। ਜੇ ਤੂੰ ਇਹ ਹੋਵੇ ਨਾ, ਮੈਨੂੰ ਤਾਂ ਐਂ ਚੱਕਰ ਆਈ, ਮੈਂ ਸਾਡੇ ਦੇ ਨਾਲ ਕੋਈ ਗੱਲਬਾਤ ਆ ਜੀ, ਮੈਂ ਖਾਲੀ ਤੁਸੀਂ ਉਹਦੇ ਸਾਈਨ ਕਰਾ ਲਓ। ਤੂੰ ਐ ਕਰ, ਪਿੰਡ ਆ ਜਾ, ਬੜਾ ਕਰਦਾ ਤੈਨੂੰ ਉੱਥੇ ਸਾਹਮਣੇ ਛੱਡ ਕੇ ਤੇਰੇ ਸਾਈਨ ਕਰਾ ਲਾਂਗੇ ਵੀ ਹਾਂ ਭਾਈ ਆਹ ਕੰਮ ਬੋਲੀ ਕਰਾਉਣੀ। ਤੈਨੂੰ ਤਾਂ ਬੰਦੇ ਤਾਂ ਨਹੀਂ ਲੱਗਿਆ ਸੀ। ਠੀਕ ਹੈ ਜੀ, ਬੋਲੀ ਆ ਨੂੰ ਵੇਰਵਾ ਪਾਉਣਾ ਸਾਰਾ। ਕਾਗਜ਼ ਤਾਂ ਹੁਣ ਸਾਨੂੰ ਦੇ ਦਿਓ ਜੀ, ਫਿਰ ਵਾਪਸ ਮੈਂ ਆ ਜਾਣਾ ਜੀ। ਕਿੱਥੇ ਹੋ ਜੀ? ਫਿਰ ਜਦੋਂ ਕੋਈ ਗੱਲਬਾਤ ਹੋਊਗੀ ਤੁਸੀਂ ਮੈਂ ਤਾਂ ਸਾਈਡ ਤੇ ਦੂੰ। ਮੈਂ ਦੇਖ ਮੇਰੀ ਫੇਰ ਤੁਹਾਨੂੰ ਕਰ ਦਾਂਗੇ ਜੀ। ਹੈਂ? ਫੇਰ ਤੁਹਾਨੂੰ ਸਾਈਨ ਕਰ ਦਾਂਗੇ ਜੀ ਅਸੀਂ। ਆ ਜੀ ਸਾਈਨ ਤੂੰ ਤੇਰੇ ਸਾਹਮਣੇ ਲਿਖ ਕੇ ਕਰਾ ਲਾਂਗੇ ਜੀ, ਜਿਹੜਾ ਕਰਾਉਣਾ ਹੋਊਗਾ। ਠੀਕ, ਤੈਨੂੰ ਆਇਆ ਨਾ ਲਿਖ ਕੇ ਕਰਾ ਲਾਂਗੇ ਤਾਂ। ਮੈਂ ਲੈ ਟਾਈਪ ਕਰਾ ਲਿਓ। ਫਿਰ ਕਾਗਜ਼ ਆਹੋ ਮੈਨੂੰ ਕਾਗਜ਼ ਦੇ ਦਿਓ ਜੀ, ਫਿਰ ਤੁਸੀਂ ਸਾਈਨ ਕਰਾ ਲਿਓ ਜੀ ਉਦੋਂ ਜਦੋਂ ਲੋਡ ਹੋਊ ਜੀ। ਹੁਣ ਤੂੰ ਆ ਜੀ, ਮੈਂ ਹੈ ਨਹੀਂ, ਮੈਂ ਤਾਂ ਨਿਕਲ ਗਿਆ ਸੀ, ਠੀਕ ਹੈ? ਹਾਂ, ਸਰਪੰਚ ਸਾਹਿਬ ਜੀ, ਸਾਨੂੰ ਤਾਂ ਕਾਗਜ਼ ਵਾਪਸ ਕਰ ਦਿਓ, ਨਹੀਂ ਉਹ ਕਾਗਜ਼ ਦੇ ਉੱਤੇ ਸਾਨੂੰ ਸਾਹਮਣੇ ਹੁਣ ਲਿਖ ਕੇ ਦਿਓ ਵੀ ਕੀ ਕੁਛ ਲਿਖਿਆ ਹੋਇਆ। ਮਹਾ ਤੇਰੇ ਸਾਹਮਣੇ ਤੈਨੂੰ ਫੋਟੋ ਸਟੇਟ ਦੇ ਕੇ ਜਾਵਾਂ? ਹਾਂ ਜੀ, ਹਾਂ, ਦੇ ਕੇ ਜਾਓ। ਬਸ ਤੈਨੂੰ ਫੋਟੋ ਸਟੇਟ ਮਿਲ ਜੂ। ਹੋਰ ਦੱਸ ਕਿੱਥੇ ਕੋ ਜੀ? ਹਾਂ, ਫੋਟੋ ਕਰੋ ਜੀ ਸਾਨੂੰ ਤਾਂ, ਤੇ ਉੱਥੇ ਜਦੋਂ ਤੁਸੀਂ ਬੋਲੀ ਕਰਾਓਗੇ ਉੱਥੇ ਬੁਲਾ ਲਿਓ, ਉੱਥੇ ਅਸੀਂ ਲਿਖ ਦਾਂਗੇ। ਕਰ ਲਾਂਗੇ ਵੀਰੇ, ਤੈਨੂੰ ਇੱਕ ਗੱਲ ਨਾ, ਤੇ ਉਵੇਂ ਕਰਾ ਲਾਂਗੇ, ਠੀਕ ਆ? ਨਹੀਂ ਨਾ, ਤੁਸੀਂ ਮੇਰੀ ਗੱਲ ਸੁਣੋ, ਮੇਰਾ ਤਾਂ ਦਿਮਾਗ ਖਰਾਬ ਹੋਣ ਵਾਲਾ ਹੋਇਆ ਪਿਆਗਾ। ਮੇਰੇ ਤਾਂ ਪਤਾ ਨਹੀਂ ਹੁਣ ਬਲੱਡ ਕਦੋਂ ਵੱਧ ਜੇ ਘਟ ਜੇ। ਗਲਤੀ ਕੀ ਕਰ ਬੈਠਾ ਤੁਸੀਂ? ਮੇਰਾ ਕਾਗਜ਼ ਮੋੜ ਦੋ, ਦੇਖੋ ਕੱਲ ਨੂੰ ਕੋਈ ਗੱਲਬਾਤ ਹੋਊਗੀ। ਮੁੰਡੇ ਨੂੰ ਭੇਜ ਦੇ ਉੱਥੇ ਆ ਜਾ, ਬੜਾ ਕਰਦਾ। ਮੁੰਡੇ ਨੂੰ ਭੇਜ ਦੇ ਪਿੰਡ। ਹੋਰ ਦੱਸ, ਤੂੰ ਕਾਹਨੂੰ ਦਿਮਾਗ ਖਰਾਬ ਕੀਤਾ? ਠੀਕ ਹੈ ਜੀ। ਪਰ ਉਹਦੇ ਉੱਪਰ ਲਿਖ ਕੁਝ ਹੋਰ ਦਿੰਦੇ ਨੇ, ਬਿਆਨ ਦੇ ਦਿੰਦੇ ਨੇ। ਇੱਕ ਉੱਥੇ ਇੱਕ ਅਧਿਆਪਕ ਨੂੰ, ਮੈਨੂੰ ਸਰਕਾਰੀ ਤੌਰ ਤੇ ਵੀ ਸਰਕਾਰੀਆਂ ਵੀ ਇਹਨੂੰ ਨੌਕਰੀ ਤੋਂ ਲਾਹ ਦਾਂਗੇ, ਇਹ ਇੱਕ ਰੰਜਿਸ਼ ਰਚੀ ਆ ਉਹਨਾਂ ਨੇ। ਰੰਜਿਸ਼ ਤਾਂ ਰਚੀ ਆ ਕਿਉਂਕਿ ਮੈਂ ਉਹਨਾਂ ਦਾ ਸਾਥ ਨਹੀਂ ਦਿੱਤਾ ਇਸ ਮਿਸ਼ਨ ਦੇ ਵਿੱਚ। ਉਹਨਾਂ ਦਾ ਇਹ ਸੀ ਵੀ ਕਹਿ ਦੇ ਤੂੰ ਵੀ ਮੈਂ ਸਕੂਲ ਦੀ ਡਿਵੈਲਪਮੈਂਟ ਦੇ ਪੈਸਾ ਲਾਇਆ, ਪਰ ਮੈਂ ਨਹੀਂ ਕਹਾਂਗਾ। ਮੈਂ ਉਹਨਾਂ ਨੂੰ ਇਹ ਸ਼ਬਦ ਜਿਹੜੇ ਹੈਗੇ ਆ ਕਹਿ ਦਿੱਤੇ ਸੀ, ਸਪਸ਼ਟ ਆ ਜਿਹੜਾ ਉਹਨਾਂ ਨੂੰ ਦੱਸ ਦਿੱਤਾ ਸੀ ਵੀ ਮੈਂ ਝੂਠ ਨਹੀਂ ਬੋਲਾਂਗਾ। ਸਕੂਲ ਦਾ ਪੈਸਾ ਜਿਹੜਾ ਲੱਗਿਆ, ਸਾਡੇ ਕੋਲ ਕੋਈ ਵੀ ਪੈਸਾ ਆਉਂਦਾ ਪ੍ਰੋਪਰ ਡਿਵੈਲਪਮੈਂਟ ਦੀ ਜਿਹੜੀ ਇੱਕ ਅਸੀਂ ਸਲਿੱਪ ਕੱਟ ਕੇ ਦਿੰਦੇ, ਉਹ ਬੈਂਕ ਵਿੱਚ ਜਾਂਦਾ। ਬੈਂਕ ਤੋਂ ਬਾਅਦ
ਅਸੀਂ ਚੈੱਕ ਰਾਹੀਂ ਕਮੇਟੀ ਰਾਹੀਂ ਉਹ ਖਰਚਦੇ ਹਾਂ। ਸਾਡਾ ਕੰਮ ਨਿਰੋਲ ਆ ਜਿਹੜਾ ਸਾਰਾ ਕੀ ਹੈਗਾ, ਜੋ ਇਹ ਆਪਦੇ ਕੰਮ ਲੋਕ ਇਹਨਾਂ ਤੋਂ ਹਿਸਾਬ ਮੰਗ ਰਿਹਾ, ਇੱਟਾਂ ਦਾ ਮੰਗ ਰਿਹਾ, ਦਰਖਤਾਂ ਦਾ ਮੰਗ ਰਿਹਾ। ਇਹਨਾਂ ਨੇ ਇਦਾਂ ਆਪਦੇ ਗਲੋਂ ਲਾਉਣ ਦੀ ਲਈ ਵੀ ਮਾਸਟਰ ਨੂੰ ਕਿਸੇ ਨੇ ਕੁਝ ਕਹਿਣਾ ਨਹੀਂ, ਪਰ ਲੋਕ ਜਦੋਂ ਮੇਰੇ ਕੋਲੇ ਪਹੁੰਚਦੇ ਆ ਉਹ ਤਾਂ ਇਹੀ ਕਹਿੰਦੇ ਆ ਵੀ ਇਹ ਜਿਹੜਾ ਕੰਮ ਆ ਸਾਰਾ ਜਿਹੜਾ ਇਹ ਪੰਚਾਇਤ ਨੇ ਕੀਤਾ, ਤੁਹਾਨੂੰ ਡਰਨ ਦੀ ਲੋੜ ਨਹੀਂ, ਅਸੀਂ ਤੁਹਾਡੇ ਨਾਲ ਖੜੇ ਹਾਂ। ਸਾਰਾ ਪਿੰਡ ਨਾਲ ਖੜਾ, ਤੁਸੀਂ ਕਿਤੋਂ ਵੀ ਪੁੱਛ ਸਕਦੇ ਹੋ। ਹਾਂਜੀ, ਪੰਚਾਇਤ ਦੇ ਵਿੱਚ ਪੈਸੇ ਤਾਂ ਮੰਨ ਗਿਆ ਕਿ ਉਹਨਾਂ ਕੋਲ ਸਰਪੰਚ ਸਾਹਿਬ ਬੋਲਨੇ ਕਿ ਇਹ ਵੀ ਮੰਨੇ ਨੇ ਕਿ ਦਰਖਤ ਉਹਨਾਂ ਨੇ ਵਢਵਾਏ ਸੀ। ਹਾਂਜੀ ਹਾਂਜੀ, ਉਹ ਮੰਨੇ ਨੇ ਵੀ ਅਸੀਂ ਬੋਲੀਏ ਆਪਦੀ ਜੋ ਵੀ ਕਰਾਇਆ ਕਾਰਵਾਈ। ਠੇਕੇਦਾਰਾਂ ਨੇ ਬਿਆਨ ਦਿੱਤੇ ਨੇ ਵੀ ਇਹ ਜਿਹੜੇ ਦਰਖਤ ਵੇਚੇ ਉਹਨਾਂ ਨਹੀਂ ਆ, ਜਿਹੜੇ ਬੰਦਿਆਂ ਦੇ ਨਾਮ ਆਉਂਦੇ ਨੇ ਉਹ ਪੰਚਾਇਤ 'ਚ ਉੱਥੇ ਮੰਨੇ ਨੇ। ਇੱਥੇ ਕਮੇਟੀ ਬੈਠੀ ਸੀ, ਸਾਰੇ ਬੈਠੇ ਸੀ ਤੇ ਉਹਦੇ ਵਿੱਚ ਉਹ ਬਕਾਇਦਾ ਕਹਿ ਕੇ ਗਿਆ। ਅੱਜ ਤਰੀਕ 26/10/2021 ਨੂੰ ਮੈਂ ਹਾਥਨ ਦੇ ਵਿੱਚੋਂ ਲੱਕੜ ਉਦੋਂ ਪਹਿਲਾਂ ਮੈਂ ਵੱਢ ਕੇ ਲੈ ਕੇ ਗਿਆ ਸੀ, ਜੋ ਕਿ ਉਸਦੀ ਜਿੰਨੀ ਬਣਦੀ ਪੇਮੈਂਟ ਦੀ ਮੈਂ ਦੇ ਚੁੱਕਿਆ ਹਾਂ। ਅੱਜ ਅਸੀਂ ਬਮਾਲ ਵਿਖੇ ਕੰਮ ਕਰ ਰਹੇ ਸੀਗੇ, ਉੱਥੇ 3 ਬੰਦੇ ਪਹੁੰਚੇ, ਪਿੰਡ ਦਾ ਸਰਪੰਚ, ਦੋ ਮੁੰਡੇ ਨਾਲ ਉਹਦੇ ਹੋਰ, ਇੱਕ ਸਾਬਕਾ ਸਰਪੰਚ, ਇੱਕ ਗੁਰਬਾਜ ਸਿੰਘ, ਇਹ ਸਾਤੋਂ ਸਾਈਨ ਕਰਾ ਕੇ ਲੈ ਆਏ ਨੇ ਖਾਲੀ ਪੇਜ ਦੇ ਉੱਤੇ ਜੀ। ਖਾਲੀ ਪੇਜ ਤੇ ਸਾਈਨ ਕਰਵਾ ਕੇ ਲੈ ਆਏ ਜੀ, ਜੋ ਕਿ ਸਾਡਾ ਪਹਿਲਾਂ ਹਾਥਨ ਪੰਚਾਇਤ ਵਿੱਚ ਸਾਡਾ ਇਕੱਠ ਹੋਇਆ ਸੀ, ਸਕੂਲ ਦੇ ਵਿੱਚ ਸਾਰਾ ਨਿਬੜ ਗਿਆ ਸੀਗਾ ਉੱਥੇ। ਤੇ ਹੁਣ ਉਹ ਖਾਲੀ ਪੇਜਾਂ ਦੇ ਉੱਤੇ ਸਾਤੋਂ ਸਾਈਨ ਕਰਾ ਕੇ ਲੈ ਗਏ ਨੇਗੇ ਵੀ ਸਾਡੇ ਤੇ ਕੋਈ ਕਾਰਵਾਈ ਨਾ ਹੋਵੇ ਜੀ, ਕੋਈ ਗੱਲਬਾਤ ਨਾ ਹੋਵੇ ਜੀ। ਕੋਈ ਸਾਨੂੰ ਪਤਾ ਨਹੀਂ ਹੈਗਾ ਵੀ ਕੀ ਚੱਕਰ ਹੈ, ਕੀ ਗੱਲ ਹੈ, ਕੀ ਬਾਤ ਹੈ ਜੀ, ਪਰ ਸਾਤੋਂ ਖਾਲੀ ਪੇਜਾਂ ਦੇ ਉੱਤੇ ਉਹ ਕੀ ਕਹਿੰਦੇ ਫੋਟੋਆਂ ਜਿਹੀਆਂ ਲਵਾ ਕੇ ਉੱਤੇ ਸਾਈਨ ਕਰਾ ਕੇ ਲੈ ਗਏ ਜੀ। ਤੁਸੀਂ ਪਿੰਡ 'ਚ ਪੁੱਛ ਸਕਦੇ ਹੋ ਅੱਜ ਤੋਂ ਦਾ। ਲੇਕਿਨ ਉਹਨਾਂ ਨੇ ਪੰਚਾਇਤ ਦੇ ਵਿੱਚ ਕੋਈ ਮਨਜ਼ੂਰੀਨਾਮਾ ਵੀ ਦਿਖਾਇਆ ਹੋਊਗਾ? ਨਹੀਂ, ਕੋਈ ਮਨਜ਼ੂਰੀਨਾਮਾ ਉਹਨਾਂ ਨੇ ਕੁਝ ਨਹੀਂ ਦਿਖਾਇਆ। ਉਹ ਤਾਂ ਜਦੋਂ ਰੌਲਾ ਪੈ ਗਿਆ, ਇਹ ਗੱਲ ਆ 3 ਮਹੀਨਿਆਂ ਦੀ, ਮਈ ਜੂਨ ਜੁਲਾਈ ਦੀ ਹੋਣੀ ਆ ਗੱਲ ਇਹ। ਉਹ ਆਉਂਦੇ ਆ ਹੁਣ ਭਾਲਦੇ ਆ ਇੱਥੇ, ਹੁਣ ਕਾਹਦੀ ਮਨਜ਼ੂਰੀ ਮਿਲਣੀ ਆ, ਕਾਹਦੀਆਂ ਬੋਲੀਆਂ ਲੱਗਣੀਆਂ। ਹੁਣ ਤਾਂ ਗੁੰਮਰਾਹ ਕਰ ਰਿਹਾ, ਕਿਉਂਕਿ ਉਹ ਚੋਰ ਨੇ। ਇੱਥੇ ਉਹ ਸਪਸ਼ਟ ਹੁੰਦਾ ਵੀ ਉਹ ਭੱਜ ਰਹੇ ਨੇ। ਹਾਂਜੀ ਸਰ, ਤੁਹਾਡਾ ਨਾਮ ਕੀ ਹੈ ਜੀ? ਨਿਰਮਲ ਸਿੰਘ ਜੀ, ਪੰਚਾਇਤ ਮੈਂਬਰ ਹਾਥਨ, ਕਮੇਟੀ ਦਾ ਮੈਂਬਰ, ਸਕੂਲ ਕਮੇਟੀ ਦਾ, ਕੋਆਪਰੇਟ ਸਟੱਡੀ ਦਾ ਡਾਇਰੈਕਟਰ। ਸਰ, ਤੁਹਾਡੇ ਇੱਕ ਪਿੰਡ ਦੇ ਵਿੱਚ ਹਾਥਨ ਦੇ ਵਿੱਚ ਨਾ ਰੌਲਾ ਚੱਲ ਰਿਹਾ ਹੈ। ਹਾਂਜੀ। ਗਰਾਊਂਡ 'ਚ ਪੇੜ ਨੇ ਜਿਹੜੇ ਦਰਖਤ ਨੇ ਉਹ ਵੇਚ ਦਿੱਤੇ ਗਏ ਨੇ। ਹਾਂਜੀ, ਇਹ ਦੱਸੋ ਕਿ ਉਹ ਗਰਾਊਂਡ ਸਕੂਲ ਦਾ ਥਾ ਕਿ ਪੰਚਾਇਤ ਦਾ ਥਾ? ਉਹ ਗਰਾਊਂਡ ਪੰਚਾਇਤ ਦਾ ਸੀਗਾ ਜੀ। ਅਸੀਂ ਸਕੂਲ ਨੂੰ ਸਰਪ੍ਰਸਤ ਕਰਤਾ ਸੀਗਾ ਉਹ, ਵੀ ਬੱਚੇ ਇੱਥੇ ਖੇਡਿਆ ਕਰਨਗੇ, ਇੱਥੇ ਇੱਕ ਓਪਨ ਲਾਇਬ੍ਰੇਰੀ ਬਣਾਵਾਂਗੇ, ਉਸ ਤੋਂ ਬਾਅਦ ਇੱਥੇ ਆਲੇ ਦੁਆਲੇ ਅਸੀਂ ਟਰੈਕ ਬਣਾਵਾਂਗੇ, ਉੱਥੇ ਜਿਹੜੇ ਬੁੱਢੇ ਠੇਰੇ ਨੇਗੇ ਉਹ ਆਇਆ ਕਰਨਗੇ, ਆਪਦਾ ਘੁੰਮ ਕੇ ਵਗ ਜਾ ਕਰਨਗੇ। ਇਹ ਹੁਣ ਫਿਰ ਸਕੂਲ ਨੂੰ ਤੁਸੀਂ ਸਰਪ੍ਰਸਤ ਕਰਤਾ, ਦੇਖ ਰੇਖ ਸਕੂਲ ਦੇ ਅੰਡਰ ਜਾ ਕੇ ਪੰਚਾਇਤ ਕਰਦੀ ਹੈ ਜੀ? ਨਹੀਂ, ਕਰਦੀ ਪੰਚਾਇਤ ਆ, ਪੰਚਾਇਤ ਕਰਦੀ ਆ। ਜਾਂ ਜਿਹੜੀਆਂ ਡੇਕਾਂ ਵਿਖੀਆਂ ਨੇਗੀਆਂ ਉਹ ਸਾਡੇ 2 ਮੈਂਬਰ, ਇੱਕ ਸਰਪੰਚ ਰਘਬੀਰ ਸਿੰਘ, ਇੱਕ ਕੁਲਵੰਤ ਸਿੰਘ ਲੱਖੀ, ਇਹਨਾਂ ਨੇ ਉੱਥੋਂ ਡੇਕਾਂ ਵੇਚਤੀਆਂ। ਸਾਰੇ ਇੱਕ ਸਰਪੰਚ ਲੱਖੀ ਕੌਣ ਹੈ ਜੀ? ਕੁਲਵੰਤ ਸਿੰਘ ਲੱਖੀ ਪੰਚਾਇਤ ਮੈਂਬਰ ਆ ਜੀ। ਠੀਕ ਹੈ ਜੀ, ਤੁਸੀਂ ਪੰਚਾਇਤ ਮੈਂਬਰ ਹੈ ਜੀ? ਹਾਂਜੀ, ਮੈਂ ਪੰਚਾਇਤ ਮੈਂਬਰ ਹਾਂ। ਇਹ ਡੇਕਾਂ ਤੁਹਾਡੀ ਸਹਿਮਤੀ ਨਾਲ ਵਿਕੀਆਂ ਸੀ? ਨਹੀਂ ਜੀ, ਸਾਨੂੰ ਪਤਾ ਹੀ ਨਹੀਂ ਹੈਗਾ। ਤੁਹਾਨੂੰ ਕਦੋਂ ਪਤਾ ਚੱਲਿਆ ਕਿ ਡੇਕਾਂ ਵੇਚਦੀਆਂ ਜੀ? ਸਾਨੂੰ ਜਦੋਂ ਪੈਸਿਆਂ ਦਾ ਰੌਲਾ ਪੈ ਗਿਆ। ਨਾ ਤੁਸੀਂ ਡੇਕਾਂ ਤਾਂ ਦੇਖੀਆਂ ਹੋਣਗੀਆਂ ਜੀ? ਸਾਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ ਜੀ। ਕਦੇ ਗਏ ਨਹੀਂ ਗਰਾਊਂਡ 'ਚ ਤੁਸੀਂ? ਨਹੀਂ, ਮੈਂ ਗਰਾਊਂਡ 'ਚ ਜਾਂਦਾ ਨਹੀਂ ਸੀ ਹੈਗਾ। ਮੈਂ ਬਾਹਰ ਦੀ ਨਿਕਲਦਾ ਸੀ, ਮੇਰੀ ਮੋਟਰ ਉੱਥੇ ਆ ਗਈ, ਮੈਂ ਨਿਕਲਦਾ ਸੀਗਾ। ਸਾਨੂੰ ਐਂ ਸੀਗਾ ਵੀ ਇਹਨਾਂ ਨੇ ਆਪਣੀ ਸਹਿਮਤੀ ਨਾਲ ਵੇਚੀਆਂ ਹੋਣਗੀਆਂ। ਜਿਹੜਾ ਇਹ ਗਲਤ ਨਾਂ ਲੈਂਦੇ ਨੇਗੇ, ਮਰਾਹੜ ਸਾਹਿਬ ਦਾ, ਕੁਲਦੀਪ ਸਿੰਘ ਮਰਾਹੜ ਨੇਗੇ, ਸਾਡੇ ਪੰਜਾਬੀ ਟੀਚਰ ਨੇਗੇ, ਇਹਨਾਂ ਦਾ ਜਿਹੜਾ ਇਹ ਗਲਤ ਨਾਂ ਲੈਂਦੇ ਨੇ, ਵੇਚੀਆਂ ਇਹਨਾਂ ਨੇ, ਪੈਸੇ ਇਹਨਾਂ ਨੇ ਖਾਧੇ ਦੋਨਾਂ ਨੇ। ਸਰਪੰਚ ਰਘਬੀਰ ਸਿੰਘ, ਕੁਲਵੰਤ ਸਿੰਘ ਲੱਖੀ, ਇਹਨਾਂ ਨੇ ਵੇਚੀਆਂ ਨੇ, ਇਹਨਾਂ ਨੇ ਪੈਸੇ ਖਾਧੇ ਨੇ। ਸਰ, ਕੀ ਪੰਚਾਂ ਵੱਲੋਂ ਕੋਈ ਮੀਟਿੰਗ ਰੱਖੀ ਗਈ ਸੀ? ਨਹੀਂ ਜੀ। ਪੰਚਾਇਤ ਵੱਲੋਂ? ਨਹੀਂ ਜੀ। ਹੁਣ ਕੋਈ ਕੀਤੀ ਹੋਵੇ ਤੁਹਾਨੂੰ ਇਸ ਸੰਬੰਧ ਵਿੱਚ? ਨਹੀਂ ਜੀ ਕੀਤੀ। ਹੋਰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ ਬਾਰੇ? ਅਸੀਂ ਤਾਂ ਐਂ ਕਹਿੰਦੇ ਹਾਂ ਜੀ, ਸਾਡੀ ਤਾਂ ਇੱਕ ਬੇਨਤੀ ਆ ਗਈ, ਜਿਹੜੇ ਸਕੂਲ ਦੇ ਪੈਸੇ ਨੇਗੇ, ਡੇਕਾਂ ਵੇਚੀਆਂ ਨੇ, ਚਲੋ ਠੀਕ ਹੈ ਵੇਚਤੀਆਂ, ਉਹ ਪੈਸਾ ਸਕੂਲ ਦਾ ਸਕੂਲ ਦੇ ਵਿੱਚ ਹੀ ਲੱਗਣਾ ਚਾਹੀਦਾ ਗਾ। ਸਾਡੀ ਤਾਂ ਇਹੀ ਬੇਨਤੀ ਆ। ਸਰ, ਮੇਰੇ ਸੁਣਨ 'ਚ ਆਇਆ ਕਿ ਪੰਚਾਇਤ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਸਰਪੰਚ ਸਾਹਿਬ ਮੰਨ ਕੇ ਗਏ ਨੇ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਸਰਪੰਚ ਸਾਹਿਬ ਮੰਨ ਕੇ ਗਏ ਤੇ ਵੀ ਜਿਹੜਾ 66,000 ਰੁਪਈਆ ਹੈਗਾ, ਸਕੂਲ ਦੇ ਵਿੱਚ ਮੀਟਿੰਗ ਹੋਈ ਸੀਗੀ, 66,000 ਰੁਪਈਆ ਮੈਂ ਦੇਵਾਂਗਾ। 66,000 ਰੁਪਈਆ ਮੇਰੇ ਤੋਂ ਲੈ ਲਓ 1 ਤਰੀਕ ਨੂੰ, ਆਉਣ ਵਾਲੀ 1 ਨੂੰ। ਇਹ ਕਦੋਂ ਮੰਨੇ? ਤੁਸੀਂ ਤਾਂ ਕਿਹਾ ਮੀਟਿੰਗ ਹੋਈ ਨਹੀਂ ਕੋਈ। ਉਹ ਸਾਰੇ, ਮੇਰਾ ਨਹੀਂ ਸੀਗਾ ਜੀ, ਉਹ ਸਾਰੇ ਅਜਲਾਸ ਦੇ ਵਿੱਚ ਮੰਨ ਕੇ ਗਏ ਨੇ। ਜਿਹੜਾ ਜਨਰਲ ਅਜਲਾਸ ਨਹੀਂ ਹੁੰਦਾ ਹੈਗਾ ਲੋਕਾਂ ਦਾ, ਉੱਥੇ ਮੰਨ ਕੇ ਗਏ ਨੇ। ਲਾਇਬ੍ਰੇਰੀ ਦੇ ਵਿੱਚ ਸਾਡੀ ਮੀਟਿੰਗ ਹੋਈ ਹੈਗੀ, ਅਸੀਂ ਸਾਰਾ ਪਿੰਡ ਉੱਥੇ ਸੀਗਾ। ਉੱਥੇ ਸਰਪੰਚ ਸਾਹਿਬ ਇਹ ਮੰਨੇ ਨੇਗੇ
ਵੀ ਮੈਂ ਆਪਣਾ 66000 ਰੁਪਏ ਮੇਰੇ ਤੋਂ ਲੈ ਲਿਓ ਤੁਸੀਂ। ਤੁਹਾਡੇ ਸਾਹਮਣੇ ਮੌਜੂਦਗੀ ਜੀ ਹੋਇਆ ਜੀ? ਹਾਂਜੀ, ਮੇਰੀ ਮੌਜੂਦਗੀ ਹੋਇਆ, ਸਾਰਾ ਪਿੰਡ ਉੱਥੇ ਖੜਾ ਸੀਗਾ। ਉਦੋਂ ਬਾਅਦ ਦੇ ਵਿੱਚ ਕਿੰਨੇ ਕੁ ਦਿਨ ਹੋ ਗਏ ਜੀ ਇਹਨੂੰ ਤਕਰੀਬਨ ਹਫ਼ਤਾ ਕੁ ਹੋ ਗਿਆ। ਕਦੋਂ ਕਿਹਾ ਸੀ ਕਿ ਕਿੰਨੀ ਦੇਰ ਨੂੰ ਪੈਸੇ 1 ਤਰੀਕ ਨੂੰ। ਅੱਜ ਕਿਆ ਤਰੀਕ ਹੈ ਜੀ? ਅੱਜ 28 ਹੋ ਗਈ ਜੀ। ਅਗਰ ਉਹ ਸਰਪੰਚ ਸਾਹਿਬ ਪੈਸਾ ਜਮ੍ਹਾਂ ਕਰਵਾ ਦਿੰਦੇ ਨੇ ਪੰਚਾਇਤ ਦੇ ਖਾਤੇ ਵਿੱਚ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪੈਸਾ ਜਮ੍ਹਾਂ ਕਰਵਾ ਦੇਣਾ, ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ। ਨੰਬਰ 2 ਦੇ ਉੱਤੇ ਜਿਹੜਾ ਇਹਨਾਂ ਨੇ ਕੱਲ ਕਾਂਡ ਕੀਤਾ ਗਾ, ਮੈਂ ਦੱਸ ਦੇਣਾ ਤੁਹਾਨੂੰ, ਜਿਹੜੀਆਂ ਇਹਨਾਂ ਨੇ ਡੇਕਾਂ ਵੇਚੀਆਂ ਉਹਨਾਂ ਗਰੀਬ ਬੰਦਿਆਂ ਦੇ ਉੱਤੋਂ ਕੋਰੇ ਕਾਗਜ਼ ਦੇ ਵਿੱਚ ਸਾਈਨ ਕਰਾ ਕੇ ਲਿਆਏ ਨੇ। ਸਰਪੰਚ ਗਰਬਾਜ, ਸਰਪੰਚ ਸਾਬਕਾ ਸਰਪੰਚ ਅਗਰਵਾਜ, ਇੱਕ ਲੱਖੀ ਮੈਂਬਰ ਕੁਲਵੰਤ ਸਿੰਘ ਲੱਖੀ, ਉਹਨਾਂ ਤੋਂ ਕੋਰੇ ਕਾਗਜ਼ਾਂ ਦੇ ਉੱਤੇ ਸਾਈਨ ਕਰਾ ਕੇ ਲੈ ਕੇ ਆਏ ਨੇ। ਉਹਦੇ ਵਿੱਚ ਮਰਾਹੜ ਸਾਹਿਬ ਦਾ ਨਾਂ ਪਾਇਆ ਵੀ ਡੇਕਾਂ ਇਹਨੇ ਵੇਚੀਆਂ ਨੇਗੀਆਂ, ਪਰ ਸਾਡਾ ਸਾਰਾ ਪਿੰਡ ਗਵਾਹੀ ਦੇਣ ਨੂੰ ਤਿਆਰ ਆ ਵੀ ਮਰਾਹੜ ਉਹਦੇ ਵਿੱਚ ਨਹੀਂ ਹੈਗਾ। ਸਰ ਜਿਨ੍ਹਾਂ ਨੇ ਖਰੀਦੀਆਂ ਨੇ ਉਹਨਾਂ ਦਾ ਕੀ ਕਹਿਣਾ ਹੈ? ਕਿਹਨਾਂ ਨੇ ਵੇਚੀਆਂ ਸੀ? ਉਹਨਾਂ ਨਾਲ ਗੱਲ ਕਿਹਨਾਂ ਦੀ ਹੋਈ ਹੈ? ਉਹਦੇ ਵਿੱਚ ਗੱਲ ਹੋਈ ਹੈਗੀ, ਇੱਕ ਤਾਂ ਕੁਲਵੰਤ ਸਿੰਘ ਪੰਚ ਆਗਾ, ਮੌਜੂਦਾ ਪੰਚ ਆਗਾ ਮੇਰੇ ਨਾਲ, ਇੱਕ ਹੈਗਾ ਗੁਰਬਾਜ ਸਿੰਘ ਸਾਬਕਾ ਸਰਪੰਚ, ਇੱਕ ਹੈਗਾ ਆਪਣਾ ਰਘਵੀਰ ਸਿੰਘ ਮੌਜੂਦਾ ਸਰਪੰਚ। ਇਹਨਾਂ ਨੇ ਵੇਚੀਆਂ ਨੇ ਜੀ। ਸਰ ਅਗਰ ਪੈਸੇ ਜਮ੍ਹਾਂ ਹੋ ਜਾਂਦੇ ਨੇ ਫਿਰ ਤੁਹਾਡੀ ਉਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ? ਠੀਕ ਆ, ਪੈਸੇ ਜਮ੍ਹਾਂ ਕਰ ਦੇਣੇ ਇਹ 1 ਮਿੰਟ, ਇਹ ਪੈਸੇ ਜਮ੍ਹਾਂ ਹੋ ਜਾਣਗੇ, ਇਹਦਾ ਸਮਝੌਤਾ ਹੋ ਜਾਊਗਾ। ਜਿਹੜਾ ਸੈਕਟਰੀ ਨੇ ਸਰਪੰਚ ਦੇ ਫੋਨ ਦੇ ਉੱਤੋਂ ਸਾਡੇ ਟੀਚਰਾਂ ਨੂੰ ਗਲਤ ਬੋਲਿਆ, ਗਲਤੀ ਮੰਨ ਲਵੇ, ਨਹੀਂ ਅਸੀਂ ਪਰਚਾ ਦੇਵਾਂਗੇ। ਅਜੇ ਤੱਕ ਕੋਈ ਕੰਪਲੇਂਟ ਨਹੀਂ ਕੀਤੀ ਹੋਣੀ ਜੀ? ਸਰ ਅਸੀਂ ਕਰਿਆ, ਸਾਡੀ ਕਾਰਵਾਈ ਚੱਲਦੀ ਆ ਗਈ। ਕਿੱਥੇ ਕੀਤੀ ਹੈ ਇਹਨੇ ਕਾਰਵਾਈ? ਅਸੀਂ ਡੀਸੀ ਨੂੰ ਕਰਤੀ, ਮੈਡਮ ਨੂੰ, ਬਾਕੀ ਟੀਚਰਾਂ ਨੇ ਕਰਤੀ। ਡੀਸੀ ਨੂੰ ਅਸੀਂ 6 ਮੈਂਬਰ ਆ ਇੱਕ ਪਾਸੇ, ਇਹ 2 ਨੇਗੇ। 6 ਮੈਂਬਰ ਇੱਕ ਪਾਸੇ ਮੋਹਰਾਂ ਲਾ ਕੇ ਸਾਈਨ ਕਰਕੇ ਦਿੱਤੇ ਨੇ। ਅਸੀਂ ਕੋਈ ਕੱਚਾ ਕੰਮ ਨਹੀਂ ਕੀਤਾ ਹੈਗਾ। ਹਾਂਜੀ, ਕੁਝ ਕਹਿਣਾ ਚਾਹੁੰਦੇ ਹੋ ਜੀ? ਨਹੀਂ ਜੀ, ਬਸ ਧੰਨਵਾਦ ਜੀ।